ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਜਿਹੜਾ ਜੀ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ ਔਰ ਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ 559 905 2575 5599052575। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 415 909 0503 4159090503। ਸੁਲੱਖਣ ਸਿੰਘ, ਹਰਬੰਸ ਕੌਰ ਤੋਂ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਫ਼ੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ ਉਹ 41 ਬਿਲੀਅਨ ਡਾਲਰ ਦਾ ਜਿਹੜਾ ਟੈਕਸ ਬ੍ਰੇਕ ਆ, ਖਾਸ ਕਰਕੇ ਰਿਚ ਜਿਹੜੇ ਰੀਅਲ ਸਟੇਟ ਇਨਵੈਸਟਰਸ ਆ ਉਸ ਨੂੰ ਜਿਹੜਾ ਰਿਮੂਵ ਕਰਨ ਦੀ ਗੱਲਬਾਤ ਕਰ ਰਹੇ ਹੈਗੇ ਆ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਕੈਪੀਟਲ ਗੇਨ ਟੈਕਸ। ਸੋ ਬਹੁਤ ਵਾਰ ਕੀ ਹੁੰਦਾ ਵੀ ਲੋਕ ਪ੍ਰੋਪਰਟੀਜ਼ ਲੈ ਲੈਂਦੇ ਆ ਅਤੇ ਉਹ ਆਉਣ ਵਾਲੇ ਸਮੇਂ 'ਚ ਕਾਫੀ ਉਹਨਾਂ ਦੀ ਜਿਹੜੀ ਪ੍ਰਾਈਸ ਆ ਉਹ ਵੱਧ ਜਾਂਦੀ ਆ। ਸੋ ਉਹਦੇ ਵਿੱਚ ਜਿਹੜਾ ਆ ਕੈਪੀਟਲ ਗੇਨ ਜ਼ਿਆਦਾ ਹੋ ਜਾਂਦਾ। ਅਤੇ ਕੀ ਆ ਵੀ ਪਹਿਲਾਂ 1031 ਐਕਸਚੇਂਜ ਕਰਕੇ ਇੱਕ ਜਿਹੜਾ ਆਪਸ਼ਨ ਸੀਗੀ, ਜਿਹਦੇ ਮੁਤਾਬਕ ਜਿਹੜਾ ਮੰਨ ਲਓ ਵੀ ਕਿਸੇ ਨੇ 5 ਲੱਖ ਦਾ ਘਰ ਲਿਆ, ਉਹ 1 ਮਿਲੀਅਨ ਦਾ ਹੋ ਗਿਆ। ਸੋ ਉਹ ਕੀ ਕਰਦੇ ਸੀ ਵੀ ਜਿਹੜੀ ਉਹ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣ ਦੀ ਬਜਾਏ ਹੋਰ ਪ੍ਰੋਪਰਟੀ ਜਿਹੜੀ ਆ ਉਹ 1031 ਐਕਸਚੇਂਜ ਕਰਕੇ ਲੈ ਲੈਂਦੇ ਸੀ। ਸੋ ਉਹਨਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਸੀ। ਸੋ ਉਸ ਨੂੰ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਜਿਹੜੇ ਲੋਕਾਂ ਨੂੰ 5 ਲੱਖ ਡਾਲਰ ਤੋਂ ਉੱਪਰ ਦਾ ਜਿਹੜੀ ਗੇਨ ਹੋਊਗਾ ਅਤੇ ਉਹਨਾਂ ਨੂੰ ਜਿਹੜਾ ਆ ਉਹ ਟੈਕਸ ਦੇਣਾ ਪਊਗਾ। 1031 ਐਕਸਚੇਂਜ ਜਿਹੜੀ ਆ ਉਹ ਖਤਮ ਹੋਊਗੀ। ਸੋ ਇਹਦੇ ਨਾਲ ਜਿਹੜਾ 41.4 ਬਿਲੀਅਨ ਡਾਲਰ ਜਿਹੜਾ ਆ ਸੰਨ 2020 ਤੋਂ ਲੈ ਕੇ 2024 ਤੱਕ ਜਿਹੜੀ ਕਾਂਗਰਸ ਦੀ ਜੁਆਇੰਟ ਕਮੇਟੀ ਔਨ ਟੈਕਸੇਸ਼ਨ ਆ, ਉਹਨਾਂ ਨੇ ਇਹ ਕਿਹਾ ਆ ਵੀ ਗੌਰਮੈਂਟ ਨੂੰ ਇਹ ਪੈਸੇ ਮਿਲਣਗੇ। ਸੋ ਇਹ ਦੇਖੋ ਵੀ ਇਹਦੇ ਨਾਲ ਜਿਹੜਾ ਰੀਅਲ ਸਟੇਟ ਮਾਰਕੀਟ ਆ ਉਹਦੇ ਉੱਤੇ ਵੀ ਜਿਹੜਾ ਕਾਫੀ ਅਸਰ ਪੈ ਸਕਦਾ। ਇਹ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਕਈ ਵਾਰ ਇਹ ਬਿੱਲ ਪਾਸ ਹੋਊਗਾ, ਹਜੇ ਇਹਦੇ ਬਾਰੇ ਕੋਈ ਸ਼ੋਰ ਨਹੀਂ ਹੈਗਾ ਕਿਉਂਕਿ ਕਾਂਗਰਸ 'ਚ ਜਾਣਾ ਫਿਰ ਸੈਨੇਟ 'ਚ ਜਾਣਾ ਹੈਗਾ ਆ। ਅਤੇ ਜੇ ਬਿੱਲ ਪਾਸ ਵੀ ਹੋ ਜਾਂਦਾ, ਕਦੋਂ ਤੋਂ ਇਹ ਲਾਗੂ ਹੋਊਗਾ? ਯੂਜ਼ਲੀ ਕੀ ਹੁੰਦਾ ਹੈ ਵੀ ਜਦੋਂ ਵੀ ਉਹ ਬਿੱਲ ਬਣਦਾ ਆ ਉਹ ਰੈਟਰੋਐਕਟਿਵ ਨਹੀਂ ਪਿੱਛੋਂ ਸ਼ੁਰੂ ਹੁੰਦਾ। ਇਹਦਾ ਮਤਲਬ ਇਹ ਆ ਵੀ ਜਿਨ੍ਹਾਂ ਨੇ ਪਹਿਲਾਂ ਪ੍ਰੋਪਰਟੀਆਂ ਲਈਆਂ ਆ ਜਾਂ ਹੋਰ ਜਿਨ੍ਹਾਂ ਨੂੰ ਕੈਪੀਟਲ ਗੇਨ ਹੋਇਆ, ਉਹ ਪਿਛਲੀ ਡੇਟਾਂ ਤੋਂ ਨਹੀਂ ਹੁੰਦਾ, ਆਉਣ ਵਾਲੇ ਸਮੇਂ ਤੋਂ, ਫਿਊਚਰ ਤੋਂ ਹੋਣਾ ਹੈਗਾ ਆ। ਸੋ ਇਹਦੇ ਬਾਰੇ ਜੋ ਵੀ ਅਪਡੇਟ ਹੋਊਗੀ, ਕਿਉਂਕਿ ਆਪਣੀ ਕਮਿਊਨਿਟੀ 'ਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਇਨਵੈਸਟਮੈਂਟ, ਅਪਾਰਟਮੈਂਟਸ, ਸ਼ਾਪਿੰਗ ਸੈਂਟਰ, ਬਿਲਡਿੰਗਸ, ਰੀਟੇਲ, ਹੋਰ ਇੱਦਾਂ ਦੇ ਜਿਹੜੇ ਬਿਜ਼ਨਸ ਕਰਦੇ ਹੈਗੇ ਆ, ਉਹਨਾਂ ਦੇ ਉੱਤੇ ਵੀ ਇਹ ਜਿਹੜਾ ਕਾਫੀ ਅਸਰ ਪੈਣਾ ਆ। ਜੀ ਜੀ,
ਉੱਧਰ ਅੱਜ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਕਾਂਗਰਸ ਦੇ ਸਾਂਝੇ ਜਿਹੜੇ ਆ ਸੈਸ਼ਨ ਆ ਉਸ ਨੂੰ ਸੰਬੋਧਨ ਜਿਹੜਾ ਉਹ ਕਰਨਾ ਆ। ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਵੀ ਇਸ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਜਿਹੜੀ ਆ ਕਾਹਦੇ 'ਤੇ ਗੱਲ ਕਰਨਗੇ ਅਤੇ ਇਹ ਸੁਣਨ ਦੇ ਵਿੱਚ ਆ ਰਿਹਾ ਵੀ ਉਹ ਕਾਂਗਰਸ ਨੂੰ ਉੱਥੋਂ ਕਹਿ ਕੇ ਜਿਹੜਾ ਆ ਉਹ ਆਖਣਗੇ ਵੀ ਜਿਹੜਾ ਐਂਟੀ ਗਨ ਵਾਇਲੈਂਸ ਲੈਜਿਸਲੇਸ਼ਨ ਆ ਉਸ ਨੂੰ ਜਿਹੜਾ ਉਹ ਪਾਸ ਕਰਨ। ਹਾਊਸ ਦੇ ਵਿੱਚ ਆਲਰੇਡੀ ਇਹ ਪਾਸ ਹੋਇਆ, ਸੈਨੇਟ ਦੇ ਵਿੱਚ ਅਜੇ ਇਹ ਜਿਹੜਾ ਉਹ ਪਿਆ ਆ। ਇਸ ਤੋਂ ਇਲਾਵਾ ਵੀ ਹੋਰ ਕਈ ਜਿਹੜੇ ਆ ਉਹ ਉਸ ਦੇ ਵਿੱਚ ਇਹਨਾਂ ਨੇ ਗੱਲਾਂ ਕਰਨੀਆਂ। ਆਪਣਾ ਜਿਹੜਾ ਇਨਫਰਾਸਟਰਕਚਰ ਪਲਾਨ ਹੈਗਾ ਆ $2 ਟ੍ਰਿਲੀਅਨ ਤੋਂ ਵੱਧ ਦੀ ਲਾਗਤ ਵਾਲਾ, ਉਸ ਦੇ ਬਾਰੇ ਵੀ ਜਿਹੜਾ ਉਹਨਾਂ ਨੇ ਕਹਿੰਦੇ ਵੀ ਇਸ ਦੇ ਵਿੱਚ ਚਰਚਾ ਜਿਹੜੀ ਉਹ ਕਰਨੀ ਆ। ਉੱਧਰ ਹਰਜੋਤ ਸਿੰਘ ਜੀ ਜਿਹੜਾ ਲੇਟੈਸਟ ਇੱਕ ਅਮੈਰੀਕਨ ਫੈਮਲੀਜ਼ ਪਲਾਨ ਆ ਉਹ ਵੀ ਉਹਨਾਂ ਨੇ ਉਸ ਤੋਂ ਪਰਦਾ ਜਿਹੜਾ ਆ ਉਹ ਚੱਕਿਆ ਹੈਗਾ ਆ। ਬੇਸਿਕਲੀ ਇਹ ਫੈਡਰਲ ਸਰਕਾਰ ਦੀ ਇਨਵੈਸਟਮੈਂਟ ਹੋਣੀ ਆ ਐਜੂਕੇਸ਼ਨ ਦੇ ਵਿੱਚ, ਚਾਈਲਡ ਕੇਅਰ ਦੇ ਵਿੱਚ, ਪੇਡ ਫੈਮਿਲੀ ਲੀਵ ਜਿਹੜੀ ਆ ਇਸ ਦੇ ਬਾਰੇ ਵੀ ਜਿਹੜੀ ਇਹਨਾਂ ਨੇ ਇਸ ਦੇ ਵਿੱਚ ਗੱਲ ਕਰਨੀ ਹੈਗੀ ਆ। ਸੋ ਕਾਫੀ ਆਪਣੇ ਜਿਹੜੇ ਏਜੰਡੇਜ਼ ਦੇ ਉੱਤੇ ਇਹਨਾਂ ਨੇ ਗੱਲ ਕਰਨੀ ਆ। ਹੁਣ ਕਿੱਦਾਂ ਦਾ ਉਹਨਾਂ ਨੂੰ ਮੋਹਰਿਓਂ ਮਿਲਦਾ ਆ, ਸਾਥ ਮਿਲਦਾ ਆ, ਨਹੀਂ ਮਿਲਦਾ, ਉਹ ਇੱਕ ਵੱਖਰੀ ਜਿਹੜੀ ਆ ਇੱਕ ਗੱਲ ਹੈਗੀ ਆ। ਪਰ ਕਹਿੰਦੇ ਆ ਵੀ ਉਹ ਐਜੂਕੇਸ਼ਨ ਦੇ ਉੱਤੇ ਅਤੇ ਇਹ ਚਾਈਲਡ ਕੇਅਰ ਅਤੇ ਪੇਡ ਫੈਮਿਲੀ ਲੀਵ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਾਫੀ ਵੱਡੀ ਰਾਸ਼ੀ ਜਿਹੜੀ ਆ ਉਹ ਉਸ ਦੇ ਵਿੱਚ ਇਨਵੈਸਟ ਜਿਹੜਾ ਉਹ ਕਰਨਾ ਚਾਹੁੰਦੇ ਹੈਗੇ ਨੇ। ਸੋ ਉਹਨਾਂ ਦਾ ਜਿਹੜਾ ਇਹ ਲੇਟੈਸਟ ਫਾਈਨੈਂਸ ਪੈਕੇਜ ਹੈਗਾ ਆ, ਕਹਿੰਦੇ ਵੀ ਇਹ ਜਿਹੜਾ $1.8 ਟ੍ਰਿਲੀਅਨ ਦਾ ਇਹ ਸੋਚ ਰਹੇ ਨੇ ਅਮੈਰੀਕਨ ਫੈਮਲੀਜ਼ ਪਲਾਨ, ਇਸ ਦੇ ਵਿੱਚ ਜਿਹੜੇ ਲੋੜੋਂ ਵੱਧ ਨਹੀਂ ਕਹਿ ਸਕਦੇ, ਜਿਹੜੇ ਜ਼ਿਆਦਾ ਅਮੀਰ ਨੇ ਉਹਨਾਂ ਦੇ ਜਿਹੜੇ ਟੈਕਸ ਹਾਈਕ ਆ ਉਹ ਕਰਕੇ ਜਿਹੜਾ ਕਹਿੰਦੇ ਆ ਵੀ ਇਸ ਦੇ ਉੱਤੇ ਜਿਹੜਾ ਇਸ ਦੇ ਵਿੱਚ ਇਸ ਪੈਕੇਜ ਦੇ ਲਈ ਜਿਹੜੇ ਆ ਰਾਸ਼ੀ ਇਕੱਠੀ ਜਿਹੜੀ ਉਹ ਕੀਤੀ ਜਾਊਗੀ। ਇਹਨਾਂ ਦੇ ਇਸ ਨਵੇਂ ਪ੍ਰਪੋਜ਼ਡ ਮੈਜਰ ਦੇ ਤਹਿਤ 1.5 ਟ੍ਰਿਲੀਅਨ ਯਾਨੀ ਕਿ $1.5 ਟ੍ਰਿਲੀਅਨ ਇੱਕ ਦਹਾਕੇ ਦੇ ਵਿੱਚ ਇਸ ਦੇ ਵਿੱਚ ਇਕੱਠਾ ਹੋਊਗਾ ਜੇ ਹਾਈਕ ਕਰਦੇ ਨੇ ਟੈਕਸ ਜਿਹੜੇ ਆ ਰਿਚ ਲੋਕਾਂ ਦੇ। ਸੋ ਉਸ ਨੂੰ ਲੈ ਕੇ ਜਿਹੜਾ ਉਹ ਦੇਖਣਾ ਪਊਗਾ ਵੀ ਕਿੱਦਾਂ ਬਣੂਗਾ। ਸੋ ਦੋ ਜਿਹੜੇ ਹਰਜੋਤ ਸਿੰਘ ਜੀ ਬਹੁਤ ਹੀ ਵੱਡੀ ਰਾਸ਼ੀ ਵਾਲੇ ਜਿਹੜੇ ਇਹਨਾਂ ਦੇ ਏਜੰਡੇ ਆ, ਇੱਕ ਜਿਹੜਾ ਅਮੈਰੀਕਨ ਫੈਮਲੀਜ਼ ਪਲਾਨ ਅਤੇ ਇੱਕ ਜਿਹੜਾ ਇਨਫਰਾਸਟਰਕਚਰ ਜਿਹੜਾ ਪ੍ਰਪੋਜ਼ਲ ਹੈਗਾ ਜਿਸ ਨੂੰ ਇਹ ਅਮੈਰੀਕਨ ਜੋਬਸ ਪਲਾਨ ਆਖ ਕੇ ਰਹੇ ਨੇ। ਸੋ ਉਹ ਹੁਣ ਦੇਖਣਾ ਹੋਊਗਾ ਵੀ ਕਿੰਨੀ ਕੁ ਜਿਹੜਾ ਇਸ ਦੇ ਵਿੱਚ ਸਮਰਥਨ ਇਹ ਮਿਲਦਾ ਆ। ਅਤੇ ਆਪਾਂ ਆਲਰੇਡੀ ਦੇਖਿਆ ਵੀ $15 ਦੀ ਮਿਨੀਮਮ ਵੇਜ ਕਰਨ ਦੀ ਇਹਨਾਂ ਦੀ ਕੋਸ਼ਿਸ਼ ਪਹਿਲੋਂ ਸੀਗੀ, ਉਹ ਜਿਹੜੀ ਇਹਨਾਂ ਦੀ ਨਾਕਾਮਯਾਬ ਰਹੀ ਸੀ। ਕੱਲ੍ਹ ਜਿੱਦਾਂ ਤੁਸੀਂ ਵੀ ਆਪਾਂ ਸ਼ੇਅਰ ਕੀਤੀ ਸੀਗੀ ਖਬਰ ਵੀ ਜਿਹੜੇ ਫੈਡਰਲ ਕੰਟਰੈਕਟਰਸ ਆ ਉਹਨਾਂ ਨੂੰ ਇਹ ਹਦਾਇਤਾਂ ਦੇ ਰਿਹਾ ਵੀ ਹੁਣ ਤੁਹਾਨੂੰ ਜਿਹੜੇ ਵੀ ਲੋਕ ਤੁਸੀਂ ਰੱਖਣੇ ਆ ਉਹ ਹੁਣ $15 ਮਿਨੀਮਮ ਵੇਜ ਦੇ ਉੱਤੇ ਜਿਹੜੇ ਤੁਹਾਨੂੰ ਰੱਖਣੇ ਪੈਣਗੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਅਮੈਰੀਕਨ ਫੈਮਿਲੀ ਪਲਾਨ ਆ ਇਸ ਦੇ ਵਿੱਚ ਕਹਿੰਦੇ ਵੀ ਕਮਿਊਨਿਟੀ ਕਾਲਜ ਆ ਉਸ ਨੂੰ ਮੁਫਤ ਕਰਨ ਦੀ ਇਸ ਦੇ ਵਿੱਚ ਮੱਦ ਰੱਖੀ ਗਈ ਆ, ਜਿਸ ਦੇ ਵਿੱਚ $109 ਬਿਲੀਅਨ ਜਿਹੜੇ ਆ ਉਹ ਖਰਚੇ ਜਾਣਗੇ। 2 ਸਾਲਾਂ ਦੇ ਜਿਹੜੇ ਕਮਿਊਨਿਟੀ ਕਾਲਜ ਆ ਉਸ ਨੂੰ ਫ੍ਰੀ ਕਰਨ ਦੇ ਲਈ। ਇਸ ਤੋਂ ਪਹਿਲਾਂ ਵੀ ਕਈ ਜਿਹੜੀਆਂ ਸਿਟੀਜ਼ ਆ ਉਹਨਾਂ ਨੇ ਇਸ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਜੇ ਸਾਰੇ ਸੂਬੇ, ਟੈਰੀਟਰੀਜ਼, ਟਰਾਈਬਸ ਪਾਰਟੀਸਪੇਟ ਜਿਹੜੇ ਉਹ ਕਰਦੇ ਆ, ਇਸ ਦੇ ਨਾਲ 5.5 ਮਿਲੀਅਨ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਕਮਿਊਨਿਟੀ ਕਾਲਜ ਪੜ੍ਹਨ ਦੇ ਲਈ ਕਿਸੇ ਵੀ ਤਰੀਕੇ ਦੀ ਜਿਹੜੀ ਰਾਸ਼ੀ ਆ ਉਹ ਦੇਣੀ ਜਿਹੜੀ ਉਹ ਨਹੀਂ ਪਊਗੀ। ਇਹਨਾਂ ਦੀ ਵਾਈਫ ਜਿਹੜੀ ਫਸਟ ਲੇਡੀ ਜਿਲ ਬਾਈਡਨ ਉਹ ਵੀ ਕਮਿਊਨਿਟੀ ਕਾਲਜ ਪ੍ਰੋਫੈਸਰ ਜਿਹੜੀ ਉਹ ਰਹੀ ਆ ਅਤੇ ਉਹਨਾਂ ਨੇ ਵੀ ਕਹਿੰਦੇ ਵੀ ਇਸ ਦੀ ਟਿਊਸ਼ਨ ਫ੍ਰੀ ਕਰਨ ਦੀ ਜਿਹੜੀ ਆ 2015 ਤੋਂ ਮੰਗ ਜਿਹੜੀ ਉਹ ਚੱਕੀ ਹੈਗੀ ਆ। ਸੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਦੌਰਾਨ ਵੀ ਹਰਜੋਤ ਸਿੰਘ ਜੀ ਇਹ ਮਸਲਾ ਉੱਠਿਆ ਸੀਗਾ, ਹਾਊਸ ਦੇ ਵਿੱਚ ਪਾਸ ਹੋਇਆ ਸੀਗਾ। ਹਾਊਸ ਦੇ ਵਿੱਚ ਇਨਫੈਕਟ ਜਿਹੜਾ ਕਾਂਗਰਸ ਦੇ ਵਿੱਚ ਇਹ ਉਦੋਂ ਰਹਿ ਗਿਆ ਸੀਗਾ ਕਿਉਂਕਿ ਉਸ ਟਾਈਮ ਦੇ ਉੱਤੇ GOP ਜਿਹੜੀ ਉੱਥੇ ਮੈਜੋਰਟੀ ਦੇ ਵਿੱਚ ਸੀਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈਗਾ ਆ। ਪਰ ਕਾਫੀ ਜਿਹੜਾ ਇਹਨਾਂ ਨੇ ਆਪਣੇ ਵੱਡੇ ਏਜੰਡੇ ਜਿਹੜੇ ਉਹ ਪੇਸ਼ ਕਰਨੇ। ਹੁਣ ਦੇਖਦੇ ਹਾਂ ਵੀ GOP ਵਾਲੇ ਅਤੇ ਡੈਮੋਕ੍ਰੇਟਸ ਵਾਲੇ ਉਹਨਾਂ ਦੀਆਂ ਕੀ ਟਿੱਪਣੀਆਂ ਜਿਹੜੀਆਂ ਆ ਇਹਨਾਂ ਦੇ ਉੱਤੇ ਰਹਿੰਦੀਆਂ ਆ। ਜੀ ਬਿਲਕੁਲ 1.8 ਟ੍ਰਿਲੀਅਨ ਫੈਮਲੀਜ਼ ਪਲਾਨ ਦੇ ਵਿੱਚ ਪੇਡ ਲੀਵ ਹੋਊਗੀ, ਚਾਈਲਡ ਕੇਅਰ, ਯੂਨੀਵਰਸਲ ਪ੍ਰੀ ਕੇ, ਫ੍ਰੀ ਕਮਿਊਨਿਟੀ ਕਾਲਜ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੀ ਇਨਕਮ 1,25,000 ਤੋਂ ਥੱਲੇ ਹੈਗਾ ਆ ਉਹਨਾਂ ਨੂੰ ਫ੍ਰੀ ਕਮਿਊਨਿਟੀ ਕਾਲਜ ਹੋਊਗਾ। $225 ਬਿਲੀਅਨ ਜਿਹੜਾ ਆ ਨੈਸ਼ਨਲ ਪੇਡ ਲੀਵ ਅਤੇ ਚਾਈਲਡ ਕੇਅਰ ਦੇ ਲਈ ਜਿਹੜਾ ਰੱਖਿਆ ਜਾਊਗਾ। ਪ੍ਰੀ ਕੇ ਜਿਹੜੇ ਰਿਗਾਰਡਲੈਸ ਆਫ ਫੈਮਲੀ ਇਨਕਮ
ਉਹਨਾਂ ਲਈ $200 ਬਿਲੀਅਨ ਜਿਹੜਾ ਰੱਖਿਆ ਜਾਊਗਾ। ਸੋ ਇਹ ਕਾਫੀ ਇਹਨਾਂ 'ਚ ਗੁੱਡ ਪਲਾਨ ਵੀ ਹੈਗੇ ਆ, ਤੇ ਇਸੇ ਤਰ੍ਹਾਂ ਮੈਡੀਕੇਅਰ ਜਿਹੜਾ ਆ ਉਸ ਨੂੰ ਐਕਸਪੈਂਸ਼ਨ ਤੋਂ ਬਾਹਰ ਰੱਖਿਆ ਗਿਆ ਹੈਗਾ ਆ। ਪੈਲ ਗ੍ਰਾਂਟਸ, HBCU, ਸਕੂਲ ਲੰਚਸ, ਇਹ ਸਾਰੇ ਜਿਹੜੇ ਆ $85 ਬਿਲੀਅਨ ਦੇ ਕਰੀਬ ਇਹਦੇ ਵਿੱਚ ਰੱਖੇ ਜਾਣਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਇੰਡੀਆ ਦੇ ਵਿੱਚ ਕਰੋਨਾ ਵਾਇਰਸ ਨੇ ਜਿਹੜੀ ਤਬਾਹੀ ਮਚਾਈ ਹੋਈ ਆ, ਉਹਨੂੰ ਦੇਖਦੇ ਹੋਏ ਹੁਣ ਇੰਡੀਆ ਦੇ ਜਿਹੜੇ ਗੁਆਂਢੀ ਮੁਲਕ ਹੈਗੇ ਆ ਸਾਊਥ ਏਸ਼ੀਆ ਦੇ ਵਿੱਚ, ਚਾਹੇ ਉਹ ਪਾਕਿਸਤਾਨ ਆ, ਬੰਗਲਾਦੇਸ਼ ਆ, ਨੇਪਾਲ ਆ, ਉਹ ਹਾਈ ਅਲਰਟ ਤੇ ਹੋ ਗਏ ਹੈਗੇ ਆ। ਪਿਛਲੇ 3 ਦਿਨਾਂ ਦੇ ਵਿੱਚ 1 ਮਿਲੀਅਨ ਜਿਹੜੇ ਨਵੇਂ ਕਰੋਨਾ ਵਾਇਰਸ ਪੋਜ਼ਿਟਿਵ ਕੇਸ ਆਏ ਆ, ਜਿਹੜੇ ਗਵਰਨਮੈਂਟ ਦਾ ਡਾਟਾ ਆ। ਜਦ ਕਿ ਅਮਰੀਕਾ ਦੇ ਜਿਹੜੇ ਮੇਨ ਮੀਡੀਆ ਆਊਟਲੈਟਸ ਆ, ਉਹ ਕਹਿੰਦੇ ਵੀ 15 ਤੋਂ 20 ਗੁਣਾ ਜ਼ਿਆਦਾ ਜਿਹੜੇ ਫਿਗਰ ਇਹ ਹੋ ਸਕਦੇ ਹੈਗੇ ਆ। 3293 ਮੌਤਾਂ ਜਿਹੜੀਆਂ ਆ ਕੱਲੇ ਜਿਹੜੀਆਂ ਆ ਕੱਲ ਇੱਕ ਦਿਨ ਦੇ ਵਿੱਚ ਹੋਈਆਂ ਹੈਗੀਆਂ। ਸੋ ਆਕਸੀਜਨ ਨਹੀਂ ਮਿਲ ਰਹੀ। ਈਵਨ ਜਿਹੜਾ ਗੁਜਰਾਤ ਮਾਡਲ ਜਿਹੜਾ ਉੱਥੇ ਦੇ ਪ੍ਰਾਈਮ ਮਿਨਿਸਟਰ ਲੈ ਕੇ ਆ ਰਹੇ ਸੀ ਸਾਰੇ ਦੁਨੀਆ ਦੇ ਵਿੱਚ, ਉੱਥੇ ਗੁਜਰਾਤ ਦੇ ਵਿੱਚ ਇੱਕ ਹਸਪਤਾਲ ਜਿਹੜਾ ਆ, ਉੱਥੋਂ ਸੂਰਤ ਸਿਟੀ ਦੇ ਵਿੱਚ 150 ਲੋਕਾਂ ਨੂੰ ਹਸਪਤਾਲ ਤੋਂ ਬਾਹਰੋਂ ਹੀ ਮੋੜ ਦਿੱਤਾ ਵੀ ਸਾਡੇ ਕੋਲ ਜਗ੍ਹਾ ਹੈ ਨਹੀਂ। ਇਹ ਡਾਕਟਰ ਹੀਰਲ ਸ਼ਾਹ ਇੱਕ ਪ੍ਰੈਜ਼ੀਡੈਂਟ ਹੈਗੇ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ, ਉਹਨਾਂ ਨੇ ਦੱਸਿਆ। ਸੋ ਗੁਜਰਾਤ 'ਚ ਇਹ ਹਾਲ ਆ। ਦਿੱਲੀ 'ਚ, ਹੋਰ ਸ਼ਹਿਰਾਂ 'ਚ ਆਪਾਂ ਦੇਖਿਆ ਵੀ ਬਹੁਤ ਬੁਰਾ ਹਾਲ ਹੈਗਾ। ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਜੇ ਕੇਸਾਂ ਦੀ ਗਿਣਤੀ ਬਹੁਤ ਘੱਟ ਆ, ਇਸ ਕਰਕੇ ਉਹ ਪੂਰਾ ਉਹਨੀ ਕਰਫਿਊ ਵੀ ਲਾਇਆ, ਕੋਸ਼ਿਸ਼ ਕਰ ਰਹੇ ਆ ਵੀ ਕੋਈ ਵੀ ਜਿਹੜਾ ਆ ਇੰਡੀਆ ਤੋਂ ਉੱਥੇ ਵਿਜ਼ਿਟ ਕਰਨ ਨਾ ਜਾਵੇ। ਕੱਲ ਆਸਟ੍ਰੇਲੀਆ ਦੇ ਫੋਰਨ ਮਿਨਿਸਟਰ ਵੀ ਬਹੁਤ ਤੱਤਾ ਹੋਇਆ ਸੀ ਇੰਡੀਆ ਦੇ ਉੱਤੇ ਵੀ ਕਿਸ ਤਰ੍ਹਾਂ ਉੱਥੇ ਪੈਸੇ ਦੇ ਕੇ ਲੋਕ ਜਿਹੜੇ ਆ ਉਹ ਕਰੋਨਾ ਵਾਇਰਸ ਦਾ ਟੈਸਟ ਨੈਗੇਟਿਵ ਕਰਕੇ ਆਸਟ੍ਰੇਲੀਆ ਨੂੰ ਆ ਰਹੇ ਆ, ਤੇ ਇੱਕ ਫਲਾਈਟ ਦੇ ਵਿੱਚ 4 ਜਣੇ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੂੰ ਟੈਸਟ ਕੀਤਾ ਗਿਆ, ਉਹ ਪੋਜ਼ਿਟਿਵ ਪਾਏ ਗਏ, ਤੇ ਉਸ ਫਲਾਈਟ 'ਚ 79 ਜਣੇ ਹੋਰ ਸੀ। ਸੋ ਹੁਣ ਉਹਨਾਂ ਨੂੰ ਜਿਹੜਾ ਆ ਟੋਟਲੀ ਜਿਹੜਾ ਸੈਪਰੇਟ ਕੁਆਰੰਟੀਨ ਰੱਖਿਆ ਗਿਆ ਆ, ਤੇ ਉਹ ਕਹਿੰਦੇ ਵੀ ਅੱਗੇ ਵਾਸਤੇ ਸਾਨੂੰ ਹੁਣ ਲੱਗਦਾ ਵੀ ਟੈਸਟ ਵੀ ਜਿਹੜੇ ਆ ਉਹ ਆਪ ਹੀ ਜਿਹੜੀ ਆਸਟ੍ਰੇਲੀਆ ਗਵਰਨਮੈਂਟ ਨੂੰ ਕਰਨੇ ਪਊਗੇ, ਜਾਂ ਉਹ ਇੱਦਾਂ ਦੀ ਜਿਹੜੀ ਲੈਬ ਆ ਜਿਹੜੀ ਕ੍ਰੈਡੀਬਲ ਹੋਵੇ ਉਹ ਤੋਂ ਹੀ ਟੈਸਟ ਕਰਾਉਣਗੇ। ਤੇ ਦੂਸਰੇ ਪਾਸੇ ਸਾਡੇ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ, ਜਿੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਇੰਡੀਆ ਦਾ ਮੀਡੀਆ ਹਮੇਸ਼ਾ ਹੀ ਖਾਲਿਸਤਾਨੀ ਕਹਿੰਦਾ ਰਹਿੰਦਾ ਆ, ਤੇ ਜਗਮੀਤ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਆਪੋਜੀਸ਼ਨ ਦੇ, ਜਿਨ੍ਹਾਂ ਨੂੰ ਇੰਡੀਆ ਗੌਰਮੈਂਟ ਨੇ ਬੈਨ ਕੀਤਾ ਹੋਇਆ ਇੰਡੀਆ ਦੇ ਵਿੱਚ ਜਾਣ ਤੇ, ਉਹਨਾਂ ਨੇ ਜਿਹੜੇ ਆ ਆਪਣੀ ਸਰਕਾਰਾਂ ਨੂੰ ਕਹਿ ਕੇ $10 ਮਿਲੀਅਨ ਜਿਹੜਾ ਆ ਕੈਨੇਡਾ ਦਾ ਉਹ ਇੰਡੀਆ ਗੌਰਮੈਂਟ ਨੂੰ ਦਿੱਤਾ ਆ। ਬਹੁਤ ਸਾਰੇ ਜਿਹੜੇ ਪੇਜ ਆ ਗੋ ਫੰਡਮੀ ਦੇ ਉੱਤੇ ਜਿਹੜੇ ਚੱਲ ਰਹੇ ਹੈਗੇ ਆ। ਸਿੱਖ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਆਕਸੀਜਨ ਦੀ, ਲੰਗਰਾਂ ਦੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਸੇਵਾ ਕਰ ਰਹੇ ਹੈਗੇ ਆ। ਬਿਲਕੁਲ। ਤੇ ਅੱਜ ਬਹੁਤ ਸਾਰੇ ਜਿਹੜੇ ਡਾਕਟਰ ਵੀ ਆ, ਬਾਹਰੋਂ ਵੀ ਅੰਦਰੋਂ ਵੀ, ਸਾਰੇ ਜਾਣੇ ਕਹਿ ਰਹੇ ਆ ਇੱਕ ਉੱਥੇ ਪੈਨਿਕ ਬਹੁਤ ਜ਼ਿਆਦਾ ਹੋ ਚੁੱਕਾ ਆ, ਲੋਕਾਂ ਦੇ ਵਿੱਚ ਭੱਜ ਦੌੜ ਇੰਨੀ ਕੁ ਜ਼ਿਆਦਾ ਜਿਹੜੀ ਉਹ ਪੈ ਚੁੱਕੀ ਆ। ਜਿਹੜਾ ਕੋਈ ਥੋੜ੍ਹਾ ਬਹੁਤਾ ਵੀ ਬਿਮਾਰ ਹੋ ਰਿਹਾ ਉਹ ਵੀ ਹਸਪਤਾਲ ਵੱਲ ਨੂੰ ਭੱਜ ਰਿਹਾ। ਸੇਮ ਸਥਿਤੀ ਜਿੱਦਾਂ ਆਪਾਂ ਇੱਥੇ ਅਮਰੀਕਾ ਦੇ ਵਿੱਚ ਪਿਛਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਜਦੋਂ ਕੋਵਿਡ ਦਾ ਸਰਜ ਆਇਆ ਸੀ, ਪੂਰਾ ਜ਼ੋਰ ਦੇ ਉੱਤੇ ਸੀਗਾ, ਉਦੋਂ ਜਿਹੜੀ ਚੀਜ਼ ਦੇਖੀ ਸੀਗੀ। ਸੋ ਉੱਥੇ ਹੁਣ ਲੋਕਾਂ ਨੂੰ ਉਹ ਬੇਨਤੀ ਕਰ ਰਿਹਾ, ਜੇ ਤੁਹਾਨੂੰ ਥੋੜ੍ਹੇ ਬਹੁਤੇ ਲੱਛਣ ਆ, ਜ਼ਿਆਦਾ ਨਹੀਂ ਆ, ਸੀਰੀਅਸ ਨਹੀਂ ਆ, ਤਾਂ ਵੱਧ ਤੋਂ ਵੱਧ ਟਰਾਈ ਕਰੋ ਵੀ ਘਰ ਦੇ ਵਿੱਚ ਹੀ ਜਿਹੜਾ ਆ ਉਹ ਰਹਿ ਕੇ ਉਸ 'ਤੇ ਇਲਾਜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਕਿਉਂਕਿ ਜੋ ਹਾਲਾਤ ਹੁਣ ਹਸਪਤਾਲਾਂ ਦੇ ਬਣ ਰਹੇ ਆ, ਅਤੇ ਉੱਥੇ ਤਾਂ ਇੱਦਾਂ ਲੱਗਦਾ ਵੀ ਜਿਹੜਾ ਜਾਂਦਾ ਆ ਅਤੇ ਉਸ ਦਾ ਫਿਰ ਬਾਅਦ ਜਿਹੜਾ ਕਫਨ ਪੈ ਕੇ ਹੀ ਜਿਹੜਾ ਬੰਦਾ ਉੱਥੋਂ ਬਾਹਰ ਨਿਕਲ ਰਿਹਾ ਆ। ਸੋ ਉਹ ਬਹੁਤ ਜ਼ਿਆਦਾ ਬੁਰੇ ਹਾਲਾਤ ਆ। ਅਤੇ ਸਭ ਤੋਂ ਅਫਸੋਸ ਵਾਲੀ ਗੱਲ ਆ, ਇੰਨਾ ਧਾਰਮਿਕ ਮੁਲਕ ਹੋਣ ਦੇ ਬਾਵਜੂਦ ਲੋਕਾਂ ਦੇ ਵਿੱਚ ਇਨਸਾਨੀਅਤ ਉੱਥੇ ਮੁੱਕ ਗਈ ਆ। ਉੱਥੇ ਲੋਕ ਜਿਹੜੇ ਆ ਇੱਕ ਦੂਜੇ ਨੂੰ ਐਡੀ ਵਿਪਤਾ ਦੇ ਵਿੱਚ ਵੀ ਜਿਹੜੇ ਠੱਗਣ ਦੇ ਉੱਤੇ, ਪੈਸੇ ਬਣਾਉਣ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਆ। ਕੁਛ ਕੁ ਲੋਕਾਂ ਨੂੰ ਜਿਹੜਾ ਉਹ ਛੱਡ ਕੇ, ਕੁਛ ਸੰਸਥਾਵਾਂ ਨੂੰ ਛੱਡ ਕੇ ਉਹ ਜਿਹੜੀ ਕਿ ਮਦਦ ਕਰ ਰਹੇ ਆ, ਬਾਕੀ ਥਾਵਾਂ ਦੇ ਉੱਤੇ ਸਿਰਫ ਅਤੇ ਸਿਰਫ ਲੁੱਟ ਖੋਹ ਹੀ ਜਿਹੜੀ ਇਸ ਹਿਸਾਬ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਹਰ ਇੱਕ ਨੂੰ ਬਸ ਇਹੀ ਲੱਗ ਰਿਹਾ ਵੀ ਮੈਂ ਜਿਹੜੇ ਹੁਣ ਪੈਸੇ ਜਿਹੜੇ ਉਹ ਬਣਾ ਲਵਾਂ, ਬਾਅਦ 'ਚ ਪਤਾ ਨਹੀਂ ਕੀ ਜਿਹੜਾ ਉਹ ਹੋਣਾ ਆ। ਸੋ ਇਨਸਾਨੀਅਤ ਕਿਤੇ ਨਾ ਕਿਤੇ ਜਿਹੜੀ ਆ ਉਹ ਉੱਥੇ ਮੁੱਕ ਰਹੀ ਹੈਗੀ ਆ। ਸੋ ਜਿਹੜੇ ਵੀ ਉੱਥੇ ਹੈਗੇ ਨੇ, ਜਿਨ੍ਹਾਂ ਦੇ ਰਿਸ਼ਤੇਦਾਰ, ਸਾਰਿਆਂ ਦੇ ਹੀ ਤਕਰੀਬਨ ਜਿਹੜੇ ਇੱਥੇ ਹੈਗੇ, ਉਹਨਾਂ ਦੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਉੱਥੇ ਹੈਗੇ ਨੇ, ਉਹਨਾਂ ਨੂੰ ਇਹੀ ਟਰਾਈ ਕਰੋ, ਆਪਣੇ ਵੱਲੋਂ ਬੇਨਤੀ ਹੋਈ ਕਰੋ, ਅਪੀਲ ਹੀ ਕਰੋ ਉਹਨਾਂ ਨੂੰ ਵੀ ਹਾਲ ਦੀ ਘੜੀ ਕੁਛ ਸਮੇਂ ਦੇ ਲਈ ਆਪਣੇ ਆਪ ਨੂੰ ਰੋਕ ਕੇ ਰੱਖੋ ਅੰਦਰ। ਜੇ ਥੋੜ੍ਹੇ ਬਹੁਤੇ ਲੱਛਣ ਆਉਂਦੇ ਆ, ਖੁਦ ਟਰਾਈ ਕਰੋ ਵੀ
ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਆਪ ਨਜਿੱਠੋ। ਜੇ ਸੀਰੀਅਸ ਕੰਡੀਸ਼ਨ ਆ ਫਿਰ ਜਿਹੜੇ ਆ ਉਸ ਪਾਸੇ ਹਸਪਤਾਲ ਵੱਲ ਨੂੰ ਜਾਓ, ਕਿਉਂਕਿ ਇੱਕ ਤਾਂ ਇਹ ਵੀ ਚੀਜ਼ ਹੈ ਨਾ, ਉੱਥੇ ਹੋੜ ਬਹੁਤ ਲੱਗਦੀ ਆ ਵੀ ਆਪਾਂ ਹੋਰਡਿੰਗ ਕਰ ਲਈਏ। ਉਹ ਜਿਹਨੂੰ ਨਹੀਂ ਵੀ ਚਾਹੀਦਾ ਉਹਨਾਂ ਨੇ ਵੀ 2-2 ਸਿਲੰਡਰ ਆਕਸੀਜਨ ਦੇ ਲਿਆ ਕੇ ਰੱਖ ਲੈਣੇ ਆ, ਜਿਹਨੂੰ ਨਹੀਂ ਚਾਹੀਦਾ ਉਹਨਾਂ ਨੇ ਵੈਂਟੀਲੇਟਰ ਵੀ ਲਿਆ ਕੇ ਜਿਹੜੇ ਉਹ ਰੱਖ ਲੈਣੇ ਆ। ਸੋ ਇੱਦਾਂ ਨਾ ਕਰਿਓ ਭਾਈ, ਇਹ ਇੱਕ ਬੇਨਤੀ ਆ। ਇਹਦੇ ਕਰਕੇ ਜਿਹਨੂੰ ਜ਼ਰੂਰਤ ਹੈਗੀ ਆ ਉਹ ਵਿਚਾਰੇ ਜਿਹੜੇ ਉਹ ਰਹਿ ਜਾਣੇ ਆ। ਅਮੀਰ ਬੰਦਾ ਤਾਂ ਮੇ ਬੀ ਅਫੋਰਡ ਕਰ ਲੂਗਾ, ਜਿਹੜਾ ਗਰੀਬ ਆ ਮਾਤੜ ਬੰਦਾ ਆ ਉਹਦੇ ਲਈ ਬਹੁਤ ਵੱਡੀ ਜਿਹੜੀ ਉੱਥੇ ਸਮੱਸਿਆ ਜਿਹੜੀ ਉਹ ਫਿਰ ਆਵੇਗੀ। ਸੋ ਇਸ ਇੱਕ ਵਾਰੀ ਫਿਰ ਆਪਾਂ ਰਾਜਕਰਮੀਤ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਆ, ਕੱਲ ਰਾਤੀ ਵੀ ਜਿਹੜਾ ਸ਼ਾਮ ਵਾਲਾ ਪ੍ਰੋਗਰਾਮ ਆ ਉਹ 'ਚ ਮੈਂ ਬੇਨਤੀ ਕੀਤੀ ਸੀ, ਜਿਹੜੇ ਤਾਂ ਜਿਨ੍ਹਾਂ ਦੇ ਰਿਸ਼ਤੇਦਾਰ ਇੰਡੀਆ ਗਏ ਹੋ ਆ ਉਹਨਾਂ ਨੂੰ ਕਹੋ ਛੇਤੀ ਤੋਂ ਛੇਤੀ ਆ ਜਾਓ। ਸਿਰਫ ਅਮਰੀਕਾ ਹੀ ਮੁਲਕ ਰਹਿ ਗਿਆ ਜਿਨ੍ਹਾਂ ਨੇ ਹਜੇ ਫਲਾਈਟ ਬੰਦ ਨਹੀਂ ਕੀਤੀਆਂ। ਕਿਸੇ ਟਾਈਮ ਵੀ ਇਹ ਫਲਾਈਟ ਬੰਦ ਹੋ ਸਕਦੀਆਂ। ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਮੁਲਕਾਂ ਨੇ ਜਿਹੜੀਆਂ ਫਲਾਈਟਾਂ, ਜਰਮਨੀ ਨੇ ਵੀ ਬੰਦ ਕਰ ਦਿੱਤੀਆਂ ਇੰਡੀਆ ਤੋਂ ਆਪਣੇ ਆਪਣੇ ਮੁਲਕ ਨੂੰ ਆਉਣ ਲਈ। ਸੋ ਇੱਕ ਤਾਂ ਜਲਦੀ ਤੋਂ ਜਲਦੀ ਜੇ ਕੋਈ ਆ ਸਕਦਾ ਪਹੁੰਚ ਜਾਓ। ਦੂਜਾ, ਜੇ ਤੁਹਾਡਾ ਕੋਈ ਵੀ ਰਿਸ਼ਤੇਦਾਰ, ਦੋਸਤ, ਮਿੱਤਰ ਇੱਥੇ ਆਉਂਦਾ ਆ, ਪਲੀਜ਼ ਉਹਨਾਂ ਨੂੰ 14 ਦਿਨ ਜਾਂ 10 ਦਿਨ ਜਿਹੜਾ ਹੁਣ CDC ਦੀ ਗਾਈਡਲਾਈਨ ਆ ਉਹ ਕੁਆਰੰਟੀਨ ਕਰੋ। ਪਰ ਆਉਂਦੇ ਜਿਹੜਾ ਉਹਨਾਂ ਦਾ ਟੈਸਟ ਕਰਾਓ। ਅੱਜ ਕੱਲ੍ਹ ਤਾਂ ਫ੍ਰੀ ਟੈਸਟ ਹੁੰਦੇ ਆ, ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਹੁੰਦੇ ਹੈਗੇ ਆ। ਕੱਲ੍ਹ ਸਾਡੇ ਕਾਲ ਵੀ ਆਈ ਸੀ ਵੀ ਕਿਸ ਤਰ੍ਹਾਂ ਇੰਡੀਆ ਤੋਂ ਉਹਨਾਂ ਦੇ ਪਰਿਵਾਰ ਆਏ ਆ ਅਤੇ ਹੁਣ ਉਹ ਓਕਲੈਂਡ ਕਾਈਜ਼ਰ ਹੌਸਪੀਟਲ ਦੇ ਵਿੱਚ ਐਮਰਜੈਂਸੀ 'ਚ ਐਡਮਿਟ ਆ। ਉਹਨਾਂ ਨੂੰ ਕਰੋਨਾ ਨਿਕਲਿਆ, 13 ਦਿਨ ਹੀ ਆਇਆ ਨੂੰ ਹੋਏ। ਹੁਣ ਜਿਨ੍ਹਾਂ ਕੋਲ ਆਏ ਆ ਉਹਨਾਂ ਨੂੰ ਵੀ ਹੋਇਆ ਹੋਊਗਾ। ਸੋ ਬਾਰ-ਬਾਰ ਆਪਾਂ ਕਹਿ ਰਹੇ ਹਾਂ ਵੀ ਇੱਥੇ ਤੁਸੀਂ ਇੱਥੇ ਦੀ ਕਰੋਨਾ ਨਾ ਸੋਚੋ USA ਵਾਂਗ। ਉਹ ਕਰੋਨਾ ਬਹੁਤ ਸਟਰੋਂਗ ਆ ਜਿਹੜਾ ਸੈਕਿੰਡ ਵੇਵ ਦੇ ਵਿੱਚ ਇੰਡੀਆ ਦੇ ਵਿੱਚ ਆਇਆ। ਤਦੇ ਹੀ ਆਪਾਂ ਖਬਰਾਂ ਦੇਖ ਰਹੇ ਹਾਂ ਈਵਨ 5 ਸਾਲਾਂ ਦੇ ਬੱਚੇ ਦੀ ਵੀ ਮੌਤ ਹੋਈ ਆ। 20 ਤੋਂ ਲੈ ਕੇ 25 ਤੋਂ ਲੈ ਕੇ 35 ਸਾਲਾਂ ਤੱਕ ਦੇ ਨੌਜਵਾਨਾਂ ਦੀ ਬਹੁਤ ਮੌਤ ਹੋ ਰਹੀ ਆ। ਅਤੇ ਸਭ ਤੋਂ ਖਤਰਨਾਕ ਇਹ ਆ ਵੀ ਇਮੀਡੀਏਟਲੀ ਹੁੰਦੀ ਵਿਦਿਨ 2-3 ਦਿਨ ਦੇ ਵਿੱਚ। ਇੱਥੇ ਆਪਾਂ ਦੇਖਿਆ ਸੀ ਵੀ ਲੋਕ ਕਿੰਨੇ ਦਿਨ ਜਿਹੜੇ ਆ 2-2, 3-3, 4-4 ਹਫ਼ਤੇ ਵੀ ਜਿਹੜੇ ਈਵਨ ਵੈਂਟੀਲੇਟਰ 'ਤੇ ਰਹੇ ਆ, ਠੀਕ ਹੋ ਗਏ ਆ। ਸੋ ਇਹ ਬਹੁਤ ਧਿਆਨ 'ਚ ਰੱਖੋ। ਜੇ ਕੋਈ ਇੰਡੀਆ ਤੋਂ ਇੱਥੇ ਤੁਹਾਡਾ ਆ ਰਿਹਾ ਹੈਗਾ ਆ, ਪਹਿਲਾਂ ਤਾਂ ਲੈਣੀ ਇੱਕ ਜਣਾ ਜਾਓ, ਸਾਰਾ ਟੱਬਰ ਨਾ ਜਾਓ। ਅਤੇ ਦੂਸਰੇ ਨੰਬਰ 'ਤੇ ਉਹਨਾਂ ਨੂੰ ਇੱਕ ਰੂਮ ਦੇ ਵਿੱਚ ਹੀ ਰੱਖੋ ਅਤੇ ਇਮੀਡੀਏਟਲੀ ਜਿਹੜਾ ਟੈਸਟ ਕਰੋ। ਜੀ ਬਿਲਕੁਲ। ਖੁਦ ਦੀ ਅਤੇ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਸੁਰੱਖਿਆ ਦਾ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਲਓ। ਕੋਈ ਨਹੀਂ, ਜੇ ਕਿਸੇ ਨੇ ਬੁਰਾ ਜਿਹੜਾ ਮਨਾਉਣਾ ਹੈ ਮਨਾਈ ਜਾਵੇ ਭਾਈ। ਹੁਣ ਜਾਨ ਤੋਂ ਵੱਧ ਤਾਂ ਕਿਹੜੀ ਜਿਹੜੀ ਉਹ ਚੀਜ਼ ਜਿਹੜੀ ਉਹ ਹੈਗੀ। ਸੋ ਇਸ ਚੀਜ਼ ਨੂੰ ਜ਼ਰੂਰ ਕਿਰਪਾ ਕਰਕੇ ਸਮਝੋ ਵੀ, ਅਤੇ ਇਸ ਦੇ ਉੱਤੇ ਜਿਹੜਾ ਉਹ ਵਿਚਾਰ ਵੀ ਜਿਹੜਾ ਕਰੋ। ਜਾਨ ਹੈ ਤਾਂ ਜਹਾਨ ਹੈ, ਜਿੱਦਾਂ ਬਾਅਦ ਦੇ ਵਿੱਚ ਫਿਰ ਆਖਿਆ ਜਾਂਦਾ ਹੈ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਐਲਾਮੀਡਾ ਕੈਲੀਫੋਰਨੀਆ ਦੀ ਪੁਲਿਸ ਦੇ ਉੱਤੇ ਹੁਣ ਇੱਕ ਹੋਰ ਉਹ ਵਿਵਾਦ ਦੇ ਵਿੱਚ ਇਸ ਟਾਈਮ ਆਈ ਆ। ਉਹਨਾਂ ਦੇ ਨਾਲ ਜਿਹੜੇ ਇੱਕ ਗੁੰਜ਼ਾਲਸ ਨਾਂ ਦਾ ਬੰਦਾ ਆ, ਉਸ ਦੇ ਪਰਿਵਾਰ ਨੇ ਹੁਣ ਕਥਿਤ ਤੌਰ 'ਤੇ ਦੋਸ਼ ਲਾਏ ਆ। ਕਹਿੰਦੇ ਵੀ ਐਲਾਮੀਡਾ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਇਸ ਨੂੰ ਜਿਹੜਾ ਉਹ ਮਾਰ ਦਿੱਤਾ ਆ। 26 ਸਾਲਾਂ ਦਾ ਇਹ ਮੁੰਡਾ ਆ, ਇਸ ਦੀ ਜਿਹੜੀ ਉਹ ਮੌਤ ਹੋ ਗਈ ਜਦੋਂ ਕਹਿੰਦੇ ਪੁਲਿਸ ਨੇ ਇਸ ਨੂੰ ਗੋਂਜ਼ਾਲੇਸ ਨੂੰ ਕਾਫੀ ਸਮੇਂ ਦੇ ਲਈ ਗਰਾਊਂਡ ਦੇ ਉੱਤੇ ਪਿੰਨ ਕਰਕੇ ਜਿਹੜਾ ਉਹ ਰੱਖਿਆ ਸੀ। ਕਹਿੰਦੇ ਤਕਰੀਬਨ ਘੱਟੋ ਘੱਟ 5 ਮਿੰਟ ਦੇ ਲਈ। 19 ਅਪ੍ਰੈਲ ਨੂੰ ਜਿਹੜੀ ਆ ਮਾਰੀਓ ਗੋਂਜ਼ਾਲੇਸ ਜਿਹੜਾ ਓਕਲੈਂਡ ਦਾ ਸੀ, ਉਸ ਦੀ ਮੌਤ ਹੋਈ ਸੀ, ਜਿਸ ਨੂੰ ਪਹਿਲਾਂ ਪੁਲਿਸ ਨੇ ਸਕਫਲ ਜਿਹੜਾ ਕਿਹਾ ਸੀਗਾ ਅਫਸਰਾਂ ਦੇ ਨਾਲ। ਥੋੜ੍ਹੀ ਬਹੁਤੀ ਕਹਿੰਦੇ ਵੀ ਜਿਹੜੀ ਉਹ ਝੜਪ ਜੀ ਜਿਹੜੀ ਹੋਈ ਆ। ਬਾਅਦ ਦੇ ਵਿੱਚ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਮੈਡੀਕਲ ਐਮਰਜੈਂਸੀ ਜਿਹੜੀ ਉਸਦੇ ਕਰਕੇ ਜਦੋਂ ਇੰਟਰੈਕਸ਼ਨ ਹੋਈ ਪੁਲਿਸ ਦੇ ਨਾਲ, ਉਸ ਦੇ ਕਰਕੇ ਇਸ ਦੀ ਮੌਤ ਹੋਈ ਆ। ਇਸੇ ਤਰੀਕੇ ਦੇ ਨਾਲ ਹੀ ਮੈਡੀਕਲ ਐਮਰਜੈਂਸੀ ਜਾਰਜ ਫਲੋਇਡ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਪੁਲਿਸ ਦੇ ਦੁਆਰਾ ਉਸ ਟਾਈਮ ਦੇ ਉੱਤੇ ਇਹ ਬਿਆਨ ਆਇਆ ਸੀ। ਸੋ ਹੁਣ ਉਸ ਦਾ ਪਰਿਵਾਰ ਜਿਹੜਾ ਗੋਂਜ਼ਾਲੇਸ ਫੈਮਿਲੀ ਆ, ਉਹ ਹੁਣ ਇਸ ਮੁੱਦੇ ਨੂੰ ਚੱਕ ਰਹੀ ਆ ਅਤੇ ਉਹ ਇਹ ਦਾਅਵਾ ਕਰ ਰਹੀ ਆ ਵੀ ਪੁਲਿਸ ਦੇ ਦੁਆਰਾ ਇਸ ਦਾ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਅਟੋਪਸੀ ਜਿਹੜੀ ਆ ਉਹ ਅਜੇ ਪੈਂਡਿੰਗ ਹੈਗੀ ਆ। ਮੌਤ ਕਿਹੜੇ ਕਾਰਨਾਂ ਕਰਕੇ ਹੋਈ ਆ ਉਹ ਅਜੇ ਤੱਕ ਪਤਾ ਨਹੀਂ ਲੱਗਾ। ਅਤੇ ਇਸ ਮਾਮਲੇ ਦੇ ਵਿੱਚ 3 ਇਨਵੈਸਟੀਗੇਸ਼ਨਸ ਜਿਹੜੀਆਂ ਆ ਮੌਜੂਦਾ ਤੌਰ ਦੇ ਉੱਤੇ ਉਹ ਚੱਲ ਰਹੀਆਂ ਹੈਗੀਆਂ ਆ। ਸੋ 911 ਕਾਲ ਆਉਣ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਆ ਇਹ ਇੰਟਰੈਕਸ਼ਨ ਕਹਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਇਹ ਹੋਈ ਸੀ ਐਲਾਮੀਡਾ ਪੁਲਿਸ ਡਿਪਾਰਟਮੈਂਟ ਦੇ ਨਾਲ। ਜੀ, ਸੋ 3 ਪੁਲਿਸ ਅਫਸਰਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ
ਭੇਜ ਦਿੱਤਾ ਗਿਆ ਆ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਬਹੁਤ ਜਲਦੀ ਮੈਂਥਲ ਸਿਗਰਟਸ ਜਿਹੜੀਆਂ ਆ ਉਹਨਾਂ ਨੂੰ ਬੈਨ ਕਰਨ ਜਾ ਰਿਹਾ ਹੈਗਾ। ਕਹਿੰਦੇ ਭਈ ਜਿਹੜੀਆਂ ਮੈਂਥਲ ਸਿਗਰਟਸ ਆ ਇਹ ਬਲੈਕ ਹੈਲਥ ਐਡਵੋਕੇਟਸ ਤੇ ਜਿਹੜੇ ਐਂਟੀ ਟੋਬੈਕੋ ਗਰੁੱਪਸ ਆ ਉਹ ਕਹਿੰਦੇ ਭਈ ਅਫਰੀਕਨ ਅਮਰੀਕਨ ਜਿਹੜੇ ਲੋਕ ਆ ਉਹਨਾਂ ਨੂੰ ਇਸ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ ਸਿਹਤ ਵਾਈਜ਼ ਵੀ। ਕਾਫੀ ਜਿਹੜੇ ਗਰੁੱਪ ਆ ਉਹ ਇਸ ਦੇ ਅਗੇਂਸਟ ਫਾਈਟ ਕਰ ਰਹੇ ਸੀ ਵੀ ਇਹ ਜਿਹੜੀ ਆ ਬੈਨ ਲੱਗਣਾ ਚਾਹੀਦਾ ਹੈਗਾ ਆ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਕੋਲ ਹੁਣ ਜਿਹੜੀ ਡੈਡਲਾਈਨ ਕੱਲ੍ਹ ਨੂੰ ਆ ਵੀਰਵਾਰ ਨੂੰ ਆ। ਇੱਕ ਸਨ 2013 ਦੇ ਵਿੱਚ ਸਿਟੀਜ਼ਨ ਪਟੀਸ਼ਨ ਹੋਈ ਸੀ ਜਿਸ ਨੇ ਇਹ ਕਿਹਾ ਸੀ ਵੀ ਇਹ ਮੈਂਥਲ ਸਿਗਰਟ ਬੈਨ ਹੋਣਾ ਚਾਹੀਦਾ ਆ। ਜਿਹੜਾ ਸੂਟ ਸੀਗਾ ਇਹ ਲਾਸਟ ਸੂਟ ਜਿਹੜਾ ਫਾਈਲ ਕੀਤਾ ਗਿਆ ਸੀ ਪਬਲਿਕ ਹੈਲਥ ਗਰੁੱਪਸ ਵੱਲੋਂ ਕੀਤਾ ਗਿਆ ਸੀ ਤਾਂ ਕਿ FDA ਨੂੰ ਜ਼ੋਰ ਲਾ ਕੇ ਵੀ ਇਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਆ। ਸੋ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਹੈਗਾ ਆ ਇਹ ਸੋਚ ਰਿਹਾ ਭਈ ਆਪਾਂ ਮੈਂਥਲ ਸਿਗਰਟਸ ਜਿਹੜੀਆਂ ਆ ਉਸ ਨੂੰ ਬੰਦ ਕਰਨ ਜਾ ਰਹੇ ਹੈਗੇ। ਜੀ, ਸੋ ਲੱਗ ਰਿਹਾ ਵੀ ਸ਼ਾਇਦ ਉਹਨਾਂ ਨੇ ਇਸ ਨੂੰ ਜਿਹੜਾ ਉਹ ਕਰ ਦੇਣਾ ਹੈਗਾ ਆ। ਸੋ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਦੱਸਿਆ ਵੀ ਅੱਜ ਸਾਂਝੇ ਸੈਸ਼ਨ ਨੂੰ ਕਾਂਗਰਸ ਦੇ ਨੂੰ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਆ ਉਹ ਸੰਬੋਧਿਤ ਕਰਨਾ ਆ। ਇਮੀਗ੍ਰੇਸ਼ਨ ਨੂੰ ਲੈ ਕੇ ਕੀ ਆਖਣਗੇ ਇਸ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਆ ਉਹ ਨਜ਼ਰਾਂ ਰਹਿਣਗੀਆਂ। ਆਪਾਂ ਦੇਖਿਆ ਵੀ ਬਾਈਡਨ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਸਦਰਨ ਬਾਰਡਰ ਦੇ ਉੱਤੇ ਖਾਸ ਕਰਕੇ 18 ਸਾਲ ਤੋਂ ਘੱਟ ਦੀ ਉਮਰ ਵਾਲੇ ਨਾਬਾਲਗ ਜਿਹੜੇ ਬੱਚਿਆਂ ਦੀ ਜਿਹੜੀ ਆ ਉਹ ਉਹਨਾਂ ਦੀ ਆਮਦ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਉਹ ਵਧੀ ਆ ਅਤੇ ਸਥਿਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਬੱਤਰ ਉਸ ਦੇ ਮਾਮਲੇ 'ਚ ਰਹੀ ਹੈਗੀ ਆ। ਸੋ ਬੀਤੇ ਦਿਨਾਂ ਦੇ ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ਜਿਹੜੇ ਆ ਉਹਨਾਂ ਨੇ ਬਿਆਨ ਦਿੱਤਾ ਸੀ। ਕਹਿੰਦੇ ਵੀ ਰੀਸੈਂਟ ਹਿਸਟਰੀ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਸਿਕਿਉਰ ਕਰਕੇ ਜਿਹੜਾ ਸਦਰਨ ਬਾਰਡਰ ਆ ਅਸੀਂ ਬਾਈਡਨ ਪ੍ਰਸ਼ਾਸਨ ਨੂੰ ਜਿਹੜਾ ਉਹ ਦਿੱਤਾ ਸੀਗਾ ਅਤੇ ਪਰ ਉਸ ਦੇ ਬਾਵਜੂਦ ਜਿਹੜਾ ਆ ਉਹ ਉੱਥੇ ਜਿਹੜਾ ਇਹਨਾਂ ਨੇ ਇੰਨਾ ਵੱਡਾ ਕ੍ਰਾਈਸਿਸ ਜਿਹੜਾ ਆ ਉਹ ਆ ਗਿਆ ਹੈਗਾ। ਸੋ ਅੱਜ ਇਹ ਸਾਂਝੇ ਸਦਨ ਦੇ ਵਿੱਚ ਕੀ ਬੋਲਦੇ ਆ ਇਹ ਜਿਹੜਾ ਉਹ ਦੇਖਣ ਵਾਲਾ ਜਿਹੜਾ ਉਹ ਗੱਲ ਰਹੇਗੀ। ਸੋ ਨਜ਼ਰਾਂ ਬਹੁਤ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਜਾਣਦੇ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਉਹ ਅਕਸਰ ਜਿਹੜੇ ਲੜਖੜਾ ਜਾਂਦੇ ਨੇ ਬੋਲਦੇ ਹੋਏ। ਇਹ ਵੀ ਜਿਹੜੀ ਉਹ ਨਜ਼ਰ ਰਹੂਗੀ ਲੋਕਾਂ ਦੇ ਉੱਤੇ ਵੀ ਇਹ ਜਿਹੜਾ ਆਪਣਾ ਭਾਸ਼ਣ ਆ ਕਿੰਨੇ ਕੁ ਜਿਹੜੇ ਲੈਅ ਦੇ ਵਿੱਚ ਜਿਹੜੇ ਉਹ ਦੇਣ 'ਚ ਕਾਮਯਾਬ ਰਹਿੰਦੇ ਨੇ। ਜੀ, ਅਗਲੀ ਖਬਰ ਕਲੋਵਿਸ ਫ੍ਰਿਜ਼ਨੋ ਏਰੀਏ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਆਪਣੇ ਪੰਜਾਬੀ ਕਮਿਊਨਿਟੀ ਨੇ ਕਾਫੀ ਖਾਸ ਕਰਕੇ ਜਕਾਰਾ ਮੂਵਮੈਂਟ ਵਾਲਿਆਂ ਨੇ ਜ਼ੋਰ ਲਾਇਆ ਸੀ ਵੀ ਕਲੋਵਿਸ ਹਾਈ ਸਕੂਲ ਦੇ ਵਿੱਚ ਪੰਜਾਬੀ ਦੀਆਂ ਕਲਾਸਿਸ ਲੱਗਣ। ਆਪਾਂ ਵੀ ਰੇਡੀਓ ਦੇ ਉੱਤੇ ਕਾਫੀ ਜਿੰਨੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਕਿਹਾ ਸੀ ਵੀ ਕਾਲਾਂ ਕਰੋ, ਪਟੀਸ਼ਨ ਸਾਈਨ ਕਰੋ। ਸੋ ਸਾਰਿਆਂ ਦੀ ਖੁਸ਼ਖਬਰੀ ਦੀ ਗੱਲ ਆ ਪਈ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਫ੍ਰਿਜ਼ਨੋ ਦੇ ਏਰੀਏ ਦੇ ਵਿੱਚ ਆ ਉੱਥੇ ਹੁਣ ਪੰਜਾਬੀ ਦੀਆਂ ਕਲਾਸਾਂ ਲੱਗਣਗੀਆਂ ਹਾਈ ਸਕੂਲ ਦੇ ਵਿੱਚ। ਅਤੇ ਆਉਣ ਵਾਲਾ ਜਿਹੜਾ ਫਾਲ 2022 ਆ ਉਸ ਦੇ ਵਿੱਚ ਜਿਹੜੇ ਪੰਜਾਬੀ ਬੱਚੇ ਹਾਈ ਸਕੂਲ 'ਚ ਜਾਂਦੇ ਆ ਉਹਨਾਂ ਨੂੰ ਜਿਹੜੀ ਆ ਪੰਜਾਬੀ ਲੈਂਗੁਏਜ ਦੀਆਂ ਕਲਾਸਿਸ ਅਵੇਲੇਬਲ ਹੋਣਗੀਆਂ। ਹੁਣ ਇਹ ਪੇਰੈਂਟਸ ਨੂੰ ਬੇਨਤੀ ਹੈਗੀ ਵੀ ਇੰਗਲਿਸ਼ ਤਾਂ ਇਹਨਾਂ ਦੀ ਮਦਰ ਟੰਗ ਹੀ ਆ ਜਿਹੜੇ ਇੱਥੇ ਦੇ ਬੋਰਨ ਹੈਗੇ ਆ। ਹੁਣ ਉਹਨਾਂ ਨੂੰ ਜਿਹੜੀ ਆ ਪੰਜਾਬੀ ਦੇ ਲਈ ਤੁਸੀਂ ਪ੍ਰੇਰਿਤ ਕਰੋ। ਕਿਤੇ ਇੱਦਾਂ ਨਾ ਹੋਵੇ ਵੀ ਸੈਨੋਜ਼ੇ ਸਟੇਟ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ੋਰ ਲਾ ਕੇ ਜਿਹੜੀ ਪੰਜਾਬੀ ਦੀਆਂ ਕਲਾਸਾਂ ਲਾਈਆਂ ਸੀਆਂ, ਮਿਲੀਅਨਸ ਆਫ ਡਾਲਰ ਵੀ ਇਕੱਠੇ ਕੀਤੇ ਗਏ, ਕੁਛ ਸਾਲ ਚੱਲਦੀਆਂ ਰਹੀਆਂ, ਬਾਅਦ ਦੇ ਵਿੱਚ ਜਿਹੜੇ ਸਟੂਡੈਂਟਸ ਆ ਆਪਣੇ ਉਹ ਨਹੀਂ ਗਏ ਅਤੇ ਫਿਰ ਉਹ ਬੰਦ ਹੋ ਗਈਆਂ। ਸੋ ਇਸ ਕਰਕੇ ਬੱਚਿਆਂ ਨੂੰ ਜਿੰਨੀਆਂ ਵੀ ਵੱਧ ਤੋਂ ਵੱਧ ਲੈਂਗੁਏਜ ਆਉਂਦੀਆਂ ਚਾਹੇ ਸਪੈਨਿਸ਼ ਆ, ਚਾਈਨੀਜ਼, ਕੁਛ ਵੀ ਹੋਵੇ ਆਉਣ ਵਾਲੇ ਫਿਊਚਰ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਬੱਚੇ ਨੂੰ ਵੱਧ ਤੋਂ ਵੱਧ ਲੈਂਗੁਏਜ ਆਉਂਦੀਆਂ ਹੋਣਗੀਆਂ ਉਹ ਆਪਣੀ ਲਾਈਫ ਦੇ ਵਿੱਚ ਵਧੀਆ ਸਕਸੈਸਫੁਲ ਹੋਊਗਾ। ਜੀ ਬਿਲਕੁਲ। ਚਲੋ ਮਦਰ ਟੰਗ ਤਾਂ ਚਾਹੇ ਨਹੀਂ ਪਰ ਓਫੀਸ਼ੀਅਲ ਲੈਂਗੁਏਜ ਕਾਇੰਡ ਆਫ ਉਹਨਾਂ ਦੀ ਜਿਹੜੀ ਇੱਥੇ ਹੁਣ ਇੰਗਲਿਸ਼ ਹੀ ਆ ਉਹ ਉਹਨਾਂ ਨੇ ਸਿੱਖਣੀ ਹੋਈ ਸਿੱਖਣੀ ਆ, ਉਹ ਆਟੋਮੈਟਿਕਲੀ ਉਹਨਾਂ ਨੇ ਸਿੱਖ ਜਿਹੜੀ ਉਹ ਹੋ ਜਾਣੀ ਆ। ਸੋ ਇਹ ਇਕੱਲੇ ਪੰਜਾਬੀ ਬੱਚਿਆਂ ਦੇ ਲਈ ਨਹੀਂ, ਸਾਰੇ ਬੱਚਿਆਂ ਦੇ ਲਈ ਜਿਹੜੇ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਹਾਈ ਸਕੂਲਸ ਦੇ ਵਿੱਚ ਜਿਹੜੇ ਹੋਣਗੇ ਉਹਨਾਂ ਨੂੰ ਇਹ ਮੌਕਾ ਹੋਊਗਾ ਪੰਜਾਬੀ ਵੀ ਜਿਹੜੀ ਆ ਉਸ ਦੇ ਵਿੱਚ ਸਿੱਖਣ ਦਾ। ਸੋ ਆਪਾਂ ਚਲੋ ਉਮੀਦ ਕਰਦੇ ਹਾਂ ਵੀ ਹੋਰ ਕਮਿਊਨਿਟੀ ਦੇ ਲੋਕ ਵੀ ਜਿਹੜੇ ਉਹ ਸਿੱਖਣ ਕਿਉਂਕਿ ਜਿੰਨੀ ਪਾਪੂਲੇਸ਼ਨ ਇੱਥੇ ਪੰਜਾਬੀ ਦੀ ਲੋਕਾਂ ਦੀ ਜਿਹੜੀ ਇਸ ਟਾਈਮ ਹੈਗੀ ਪੰਜਾਬੀ ਬੋਲਣ ਵਾਲਿਆਂ ਦੀ ਆ। ਸੋ ਇੱਕ ਕਾਫੀ ਵਧੀਆ ਚੀਜ਼ ਜਿਹੜੀ ਉਹ ਰਹੂਗੀ ਜਿਹੜੀ ਹੋਰ ਕਮਿਊਨਿਟੀ ਵਾਲੇ ਵੀ ਜੇ ਇਸ ਨੂੰ ਸਿੱਖਦੇ ਨੇ। ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਹੁਣ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਸਿੰਘ ਚੀਮਾ ਹੋਣਾ ਦੇ ਨਾਲ ਜੋ ਆਪਾਂ ਨੂੰ ਰੀਅਲ ਅਸਟੇਟ ਅਤੇ ਜਿਹੜੇ ਮੌਰਗੇਜਿਸ
ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਆਪਣੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਨਗੇ। ਸੋ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਬ੍ਰੇਕ ਤੋਂ ਬਾਅਦ। ਜ਼ਰੂਰ ਆਪਾਂ ਅਨਾਊਂਸਮੈਂਟ ਰਾਜਕਨਵੀਰ ਸਿੰਘ ਜੀ ਕਰਨੀ ਆ। ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਐਤਵਾਰ ਨੂੰ ਜਿਹੜੇ ਆ ਵੈਕਸੀਨ ਲੱਗ ਰਹੇ ਆ ਕਰੋਨਾ ਵਾਇਰਸ ਦੇ। ਪਿਛਲੇ ਹਫ਼ਤੇ 900 ਦੇ ਕਰੀਬ ਜਿਹੜੇ ਲੋਕਾਂ ਨੇ ਵੈਕਸੀਨ ਲਵਾਏ ਸੀ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਬੇ ਏਰੀਆ ਫਰੀਮੌਂਟ ਏਰੀਏ ਦੇ ਪਾਸ ਰਹਿੰਦੇ ਆ, ਵਾਕ ਇਨ ਵੀ ਲੈਂਦੇ ਹੈਗੇ ਆ। ਸੋ ਕਾਉਂਟੀ ਦੇ ਆਫੀਸ਼ੀਅਲਸ ਹੈਗੇ ਆ ਉੱਥੇ ਵੈਕਸੀਨ ਲਵਾਉਂਦੇ ਆ ਅਤੇ ਉੱਥੇ ਜ਼ਰੂਰ ਲਵਾਓ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਗੁਰੂ ਘਰ ਆ ਉੱਥੇ ਵੀ ਲੱਗ ਰਹੇ ਆ। ਜੇ ਹੋਰ ਵੀ ਆਪਣੇ ਕੋਈ ਕਿਸੇ ਆਪਣੇ ਭੈਣ ਭਰਾ ਨੇ ਜਿਹੜੀ ਅਨਾਊਂਸਮੈਂਟ ਜਿੱਥੇ ਵੀ ਇਹ ਸੇਵਾ ਚੱਲ ਰਹੀ ਆ ਕਰਾਉਣੀ ਹੋਈ, ਟਰੇਸੀ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਨਾਨਕ ਪ੍ਰਕਾਸ਼ ਆ ਉੱਥੇ ਵੀ ਪਿਛਲੇ ਕਾਫੀ ਹਫ਼ਤਿਆਂ ਤੋਂ ਹਰ ਸੰਡੇ ਜਿਹੜੇ ਟੀਕੇ ਲੱਗ ਰਹੇ ਆ। ਸੋ ਸਾਨੂੰ ਦੱਸ ਦਿਓ ਕਿਉਂਕਿ ਸਾਨੂੰ ਕਾਲਸ ਬਹੁਤ ਆਉਂਦੀਆਂ ਰਹਿੰਦੀਆਂ ਵੱਖ-ਵੱਖ ਏਰੀਏਜ਼ ਤੋਂ ਅਤੇ ਫਿਰ ਆਪਾਂ ਅਨਾਊਂਸਮੈਂਟ ਕਰ ਦਾਂਗੇ। ਅਤੇ ਇੱਕ ਜਿਹੜੀ ਆ ਬੜਾ ਮਾੜੀ ਵੀ ਖਬਰ ਆ ਪਈ ਓਵਰਆਲ USA ਦੇ ਵਿੱਚ ਜਿਨ੍ਹਾਂ ਨੇ ਇੱਕ ਟੀਕਾ ਲਵਾ ਰਿਹਾ ਕਹਿੰਦੇ ਵੀ ਦੂਜਾ ਟੀਕਾ ਲਵਾ ਕੇ ਉਹ ਰਾਜੀ ਨਹੀਂ ਹੈ। ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸੈਕਿੰਡ ਟੀਕਾ ਨਹੀਂ ਲਵਾ ਰਹੇ ਹੈਗੇ। ਸੋ ਜਦੋਂ ਤੱਕ ਤੁਹਾਡੇ ਦੋਨੋਂ ਵੈਕਸੀਨ ਨਹੀਂ ਲੱਗਣੇ ਉਹ ਤੋਂ ਬਾਅਦ 1-2 ਹਫ਼ਤਿਆਂ ਤੋਂ ਬਾਅਦ ਫਿਰ ਤੁਸੀਂ ਬਿਲਕੁਲ ਸਹੀ ਹੋਵੋਗੇ ਕਿਉਂਕਿ ਹੁਣ ਕਿਤੇ ਜਾਣਾ ਆਉਣਾ ਆ, ਗੇਮਸ ਹੁੰਦੀਆਂ, ਕੁਛ ਵੀ ਆ, ਉਹ ਰਿਕੁਆਇਰ ਕਰੂਗੇ ਤੁਹਾਤੋਂ ਵੀ ਹਾਂ ਕਿੱਥੇ ਤੁਹਾਡਾ ਵੈਕਸੀਨ ਵਾਲਾ ਜਿਹੜਾ ਕਾਰਡ ਹੈਗਾ ਆ। ਸੋ ਪਲੀਜ਼ ਅਤੇ ਇਹ ਵੀ ਗੁੱਡ ਆ ਵੀ ਜੇ ਕਿਸੇ ਨੇ ਪਹਿਲਾ ਟੀਕਾ ਮੰਨ ਲਓ ਫਰੀਜ਼ਨੋ ਲਵਾਇਆ ਆ, ਦੂਸਰਾ ਉਹ ਵੈਕਸੀਨ ਉਹਨੂੰ ਉਹ ਸੈਨੋਜ਼ੇ ਜਾਂ ਫਰੀਮੌਂਟ ਉੱਥੇ ਅਵੇਲੇਬਲ ਉੱਥੇ ਲਵਾ ਸਕਦਾ। ਸੋ ਜ਼ਰੂਰੀ ਨਹੀਂ ਜਿੱਥੇ ਤੁਸੀਂ ਪਹਿਲਾ ਵੈਕਸੀਨ ਲਵਾਇਆ ਸੈਕਿੰਡ ਵੀ ਉੱਥੇ ਲਵਾਉਣਾ ਆ। ਸੈਕਿੰਡ ਤੁਸੀਂ ਕਿਤੇ ਵੀ ਜਿੱਥੇ ਲਾਗੇ ਛਾਗੇ ਅਵੇਲੇਬਲ ਆ ਉੱਥੇ ਲਵਾ ਸਕਦੇ ਆ, ਪਰ ਲਵਾਉਣਾ ਉਹ ਸੇਮ ਕੰਪਨੀ ਦਾ। ਜੇ ਫਾਈਜ਼ਰ ਦਾ ਤਾਂ ਫਾਈਜ਼ਰ ਦਾ, ਮੋਡਰਨਾ ਦਾ ਤਾਂ ਮੋਡਰਨਾ ਦਾ, ਅਤੇ ਹੁਣ ਤਾਂ ਜੌਨਸਨ ਐਂਡ ਜੌਨਸਨ ਦੇ ਵੀ ਵੈਕਸੀਨ ਜਿਹੜੇ ਅਵੇਲੇਬਲ ਹੋ ਗਏ ਹੈਗੇ ਆ। ਜੀ ਇਸੇ ਸਿਲਸਿਲੇ ਵਿੱਚ ਇਸ ਐਤਵਾਰ ਨੂੰ 2 ਤਰੀਕ ਨੂੰ ਜਿਹੜੀਆਂ 2 ਵੱਡੀਆਂ ਇਵੈਂਟਸ ਜਿਹੜੀਆਂ ਇੱਕ ਟਰਲਕ ਗੁਰਦੁਆਰਾ ਸਾਹਿਬ ਵਿਖੇ ਅਤੇ ਬੇਕਰਸਫੀਲਡ ਵਿੱਚ ਦਸ਼ਮੇਸ਼ ਜਿਹੜੇ ਆ ਗੁਰਦੁਆਰਾ ਸਾਹਿਬ ਵਿਖੇ ਉੱਥੇ ਜਿਹੜੀਆਂ ਹੋਣੀਆਂ ਆ ਜਿੱਥੇ ਜਿਹੜੇ ਫਸਟ ਡੋਜ਼ਿਸ ਜਿਹੜੀਆਂ ਟੀਕਿਆਂ ਦੀਆਂ ਲੱਗਣੀਆਂ। ਸੋ ਜਿਹੜੇ ਅਜੇ ਤੱਕ ਜਿਨ੍ਹਾਂ ਨੇ ਨਹੀਂ ਲਗਵਾਈਆਂ ਉਹ ਲਗਵਾ ਲਓ। ਜਕਾਰਾ ਵਾਲੇ ਬਾਕੀ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਜਿਹੜੀ ਆ ਉਹ ਮਦਦ ਕਰ ਰਹੇ। ਉਹਨਾਂ ਨੇ ਪਹਿਲੋਂ ਵੀ ਸੈਲਮਾ ਗੁਰਦੁਆਰਾ ਸਾਹਿਬ ਵਿਖੇ ਇੱਦਾਂ ਹੀ ਜਿਹੜਾ ਇੱਕ ਵੈਕਸੀਨੇਸ਼ਨ ਡਰਾਈਵ ਵੱਡੀ ਜਿਹੜੀ ਉਹ ਚਲਾਈ ਸੀਗੀ। ਸੋ ਇਹ ਵੀ ਜਿਹੜਾ ਤੁਸੀਂ ਦੇਖਿਓ। ਅਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਆਪਾਂ ਗੱਲਬਾਤ ਦਾ ਸਿਲਸਿਲਾ ਇੱਦਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 ਜੇਕਰ ਤੁਸੀਂ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਐਪਲੀਕੇਸ਼ਨ ਭਰਨ ਵਿੱਚ ਦੇਰੀ ਕਰ ਗਏ ਹੋ ਜਾਂ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਹੈ ਜਾਂ ਕੈਲੀਫੋਰਨੀਆ ਵਿੱਚ ਨਵੇਂ ਮੂਵ ਹੋਏ ਹੋ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੈਕਸ ਭਰਨ ਦੇ ਲਈ ਫਾਰਮ 1095A ਜਾਂ 3895 ਜ਼ਰੂਰੀ ਹੈ। ਜੇ ਤੁਹਾਡੇ ਕੋਲ ਇਹ ਮਿਸਪਲੇਸ ਹੋ ਗਿਆ ਹੈ ਜਾਂ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ ਤਾਂ ਇਹ ਟੈਕਸ ਫਾਰਮਸ ਲੈਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਮੰਮੀ ਏਸੀ ਲਾਓ, ਬੜੀ ਗਰਮੀ ਹੈ। ਨਾ ਪੁੱਤ ਏਸੀ ਨਹੀਂ ਲਾਉਣਾ, ਪਤਾ ਹੈ ਕਿੰਨਾ ਬਿੱਲ ਆਉਣਾ। ਤੇਰਾ ਡੈਡੀ ਗੁੱਸੇ ਹੋ। ਪਰ ਮੰਮੀ ਗਰਮੀਆਂ 'ਚ ਏਸੀ ਨਹੀਂ ਲਾਉਣ ਦਿੰਦੇ ਤੇ ਠੰਡ 'ਚ ਹੀਟ। ਆਪਾਂ ਗੁਆਂਢੀਆਂ ਵਾਂਗੂ ਬਲੂ ਬ੍ਰਾਈਟ ਦਾ ਫ੍ਰੀ ਸੋਲਰ ਸਿਸਟਮ ਨਹੀਂ ਲਵਾ ਸਕਦੇ। ਬਲੂ ਬ੍ਰਾਈਟ ਇੰਕ ਕੈਲੀਫੋਰਨੀਆ ਦੀ ਇੱਕੋ ਇੱਕ ਕੰਪਨੀ ਹੈ ਜੋ ਹੋਮ ਓਨਰਸ ਨੂੰ ਫ੍ਰੀ ਸੋਲਰ ਸਿਸਟਮ ਦੇ ਰਹੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਹੋਰ ਕੰਪਨੀ ਦੇ ਨਾਲ ਇਕਰਾਰ ਕਰੋ, ਸਟੇਟ ਆਫ ਕੈਲੀਫੋਰਨੀਆ ਦੁਆਰਾ ਮੁਫਤ ਸੋਲਰ ਸਿਸਟਮ ਕਿੱਦਾਂ ਲੈਣਾ ਹੈ ਉਸ ਵਾਸਤੇ ਅੱਜ ਹੀ ਮੁਫਤ ਸਲਾਹ ਲਓ। ਕਾਲ ਜਾਂ ਟੈਕਸਟ ਕਰੋ ਰਾਜ ਸਿੰਘ ਨੂੰ 9168471634। ਤੁਸੀਂ ਸੋਲਰ ਸਿਸਟਮ ਘਰ ਬੈਠੇ ਆਨਲਾਈਨ ਜਾਂ ਫੋਨ ਤੋਂ ਹੀ ਲਵਾ ਸਕਦੇ ਹੋ। ਤੁਹਾਨੂੰ ਸੋਲਰ ਸਿਸਟਮ ਦਾ ਸਟੀਮੂਲਸ ਚੈੱਕ ਵੀ ਮਿਲੇਗਾ ਤੇ ਫਿਰ ਫੋਨ ਕਰੋ 916-847-1634। ਥੈਂਕ ਯੂ ਬਲੂ ਬ੍ਰਾਈਟ। ਹੁਣ ਸਾਡਾ ਪਰਿਵਾਰ ਵੀ ਸੁਰੱਖਿਅਤ ਤੇ ਖੁਸ਼ ਰਹੇਗਾ। ਬਲੂ ਬ੍ਰਾਈਟ ਇੰਕ ਨੰਬਰ ਹੈ 9168471634 916-847-1634। ਕੰਡੀਸ਼ਨਸ ਅਪਲਾਈ। ਸ਼ੈਤਾਨ ਲਾਗੂ ਨਾ। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ,
Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020679197। All loans are subject to credit and underwriting approval. Zender Mortgage, Zender Mortgage। ਸ਼ਾਇਦ ਤੁਹਾਨੂੰ ਸ਼ੱਕ ਹੋਵੇ ਕਿ ਕੋਵਿਡ-19 ਦੇ ਟੀਕੇ ਮੇਰੇ ਵਰਗੇ ਪੰਜਾਬੀ ਲੋਕਾਂ ਵਾਸਤੇ ਸੁਰੱਖਿਅਤ ਹਨ ਕਿ ਨਹੀਂ। ਕੋਈ ਗੱਲ ਨਹੀਂ, ਬਹੁਤੇ ਉੱਤਰਾਂ ਦਾ ਮਤਲਬ ਹੈ ਮਨ ਦਾ ਚੈਨ। ਸੱਚ ਇਹ ਹੈ ਕਿ ਇਸ ਟੀਕੇ ਨੂੰ ਵੱਖ-ਵੱਖ ਉਮਰ, ਲਿੰਗ, ਮੂਲ, ਜਾਤਾਂ, ਨਸਲਾਂ, ਸਿਹਤ ਦੇ ਹਾਲਾਤਾਂ ਵਾਲੇ ਹਜ਼ਾਰਾਂ ਹੀ ਵਿਭਿੰਨ ਲੋਕਾਂ ਨੇ, ਜਿਨ੍ਹਾਂ ਵਿੱਚ ਏਸ਼ੀਅਨ ਵੀ ਸਨ, ਨੇ ਖੁਦ ਲਗਵਾ ਕੇ ਪਰਖਿਆ ਹੈ। ਇਹਨਾਂ ਹਜ਼ਾਰਾਂ ਹੀ ਲੋਕਾਂ ਦੀ ਵਿਭਿੰਨਤਾ ਉਦਾਂ ਹੀ ਹੈ ਜਿੱਦਾਂ ਕੈਲੀਫੋਰਨੀਆ ਦੀ। ਲੱਖਾਂ ਹੀ ਕੈਲੀਫੋਰਨੀਆ ਦੇ ਨਿਵਾਸੀਆਂ ਦੇ ਵਾਂਗ ਤੁਸੀਂ ਵੀ ਇਹ ਟੀਕਾ ਲਗਵਾਓ। ਆਓ ਸਾਰੇ ਆਪਣਾ ਹਿੱਸਾ ਪਾਈਏ ਤੇ ਸੁਰੱਖਿਆ ਵੱਲ ਵਧੀਏ। ਹੋਰ ਜਾਣਕਾਰੀ ਲਈ vaccinatall58.com/info ਤੇ ਜਾਓ ਜਾਂ ਕਾਲ ਕਰੋ 8334224255। ਇਹ ਸੰਦੇਸ਼ ਕੈਲੀਫੋਰਨੀਆ ਜਨਤਕ ਸਿਹਤ ਵਿਭਾਗ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜੈਂਡਰ ਮੌਰਗੇਜ ਅਤੇ ਰੀਅਲ estate ਤੋਂ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਚੀਮਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਲੇਕਿਨ ਭਾਜੀ ਆਪ ਜੀ ਨੂੰ ਖਾਲਸਾ ਭਾਜੀ ਆਪ ਨੇ ਤੇ ਸਭ ਰੇਡੀਓ ਪੰਜਾਬ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਜੀ। ਸੋ ਪੰਜਾਬੀ ਰੇਡੀਓ USA ਦੇ ਉੱਤੇ ਆਪਾਂ ਇਹ ਜਿਹੜਾ ਪ੍ਰੋਗਰਾਮ ਹਰ ਬੁੱਧਵਾਰ ਨੂੰ ਜਿਹੜਾ ਆ ਉਹ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਦੇ ਵਿੱਚ ਜਿਹੜਾ ਆ ਆਪਾਂ ਰੀਅਲ estate ਤੇ ਮੌਰਗੇਜ ਦੇ ਬਾਰੇ ਗੱਲਬਾਤ ਕਰਦੇ ਹਾਂ। ਮੋਹਨ ਸਿੰਘ ਚੀਮਾ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਤੁਸੀਂ ਆਪਣੀ ਆਈਡੀ ਸ਼ੇਅਰ ਕਰ ਦਿਓ ਜੀ। ਜੀ ਜੀ। ਸੋ ਜਿਹੜੀ ਮੇਰੀ ਹੈਗੀ ਜੀ ਲੋਨ ਦੀ ਆਈਡੀ ਜੈਂਡਰ ਮੌਰਗੇਜ ਤੋਂ ਹੈਗੀ ਜੀ 698952। ਤਾਂ ਜਿਹੜੀ ਸਾਡੀ ਰੀਅਲ estate ਦੀ ਆਈਡੀ ਹੈਗੀ ਹੈ ਜੈਂਡਰ ਵਰਸੇਡ ਨਾਲ ਜੀ, ਉਹ ਹੈਗੀ ਹੈ 02067197 ਜੀ। ਜੀ ਮੋਹਨ ਚੀਮਾ ਜੀ, ਆਪਾਂ ਪਿਛਲੀ ਵਾਰੀ ਵੀ ਰੀਫਾਈਨੈਂਸ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਸੀ ਵੀ ਅਜੇ ਵੀ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇਟਸ ਹਿਸਟੋਰੀਕਲੀ ਗੁੱਡ ਜਿਹੜੇ ਰੇਟਸ ਜਿਹੜੇ ਉਹ ਚੱਲ ਰਹੇ ਆ। ਸੋ ਰੀਫਾਈਨੈਂਸ ਦੇ ਰੇਟਸ ਦੇ ਵਿੱਚ ਕਿੱਦਾਂ ਚੱਲ ਰਿਹਾ? ਕੁਛ ਉੱਤੇ ਥੱਲੇ ਨੂੰ ਹੋਏ ਆ ਜਾਂ ਉੱਥੇ ਕੀ ਸਟੈਗਨੈਂਟ ਨੇ? ਹਾਂਜੀ। ਸੋ ਦੇਖੋ ਜੀ, ਇਸ ਤਰ੍ਹਾਂ ਹੈਗਾ ਵੀ ਜਿਵੇਂ ਅਸੀਂ ਸਭ ਜਾਣਦੇ ਹਾਂ ਵੀ ਜੋ ਕੋਵਿਡ ਦੇ ਚੱਕਰ ਦੇ ਵਿੱਚ ਇਸ ਵੇਲੇ ਜਿੱਥੇ ਬੜੇ ਸਾਡੇ ਸਾਰਿਆਂ ਦੇ ਕਹਿ ਲਓ ਵੀ ਨੁਕਸਾਨ ਬਹੁਤ ਜ਼ਿਆਦਾ ਹੋਏ ਨੇ, ਆਰਥਿਕ ਤੌਰ ਤੇ ਕਹਿ ਲਓ ਜਾਂ ਪਰਸਨਲ ਤੌਰ ਤੇ ਕਹਿ ਲਓ, ਇਹਦੇ ਨਾਲ ਨਾਲ ਜਿਹੜੀ ਇੱਕ ਚੀਜ਼ ਦਾ ਕਹਿ ਲਓ ਵੀ ਜਿਹੜਾ ਓਵਰਆਲ ਜਿਹੜਾ ਮਾਰਕੀਟ ਨੂੰ ਕਹਿ ਲਓ ਵੀ ਫਾਇਦਾ ਹੋਇਆ, ਉਹ ਹੈ ਹਾਊਸਿੰਗ ਮਾਰਕੀਟ ਨੂੰ ਤੇ ਇੰਟਰਸਟ ਰੇਟ ਦੀ ਮਾਰਕੀਟ ਨੂੰ। ਇਸ ਵੇਲੇ ਜਿਹੜੇ ਇੰਟਰਸਟ ਰੇਟਸ ਹੈਗੇ ਨੇ ਵੀ ਜੀ, ਉਹ ਕਹਿ ਲਓ ਵੀ ਬੜੇ ਅੰਡਰ ਪ੍ਰੈਸ਼ਰ ਹੈਗੇ ਨੇ। ਸਰਕਾਰ ਕੋਲ ਕੋਈ ਹੋਰ ਤਰੀਕਾ ਨਹੀਂ ਹੈਗਾ ਵੀ ਕਿਸ ਤਰ੍ਹਾਂ ਹਰ ਚੀਜ਼ ਨੂੰ ਉਹ ਬੈਲੈਂਸ ਕਰਨ, ਲੋਕਾਂ ਨੂੰ ਕਹਿ ਲਓ ਵੀ ਕਿਸ ਤਰ੍ਹਾਂ ਖੁਸ਼ ਕਰ ਸਕਣ। ਵੋਟਾਂ ਦੀ ਗੱਲ ਕਰ ਲਓ ਜਾਂ ਵੀ ਵੋਟਾਂ ਦੇ ਸਿਲਸਿਲੇ 'ਚ ਕਰ ਰਹੇ ਨੇ, ਕੁਛ ਵੀ ਰੀਜ਼ਨਸ ਕਹਿ ਲਓ, ਬਟ ਅਲਟੀਮੇਟਲੀ ਇਹਦਾ ਸਭ ਤੋਂ ਜਿਹੜਾ ਬੈਨੀਫਿਟ ਹੋ ਰਿਹਾ ਇਸ ਵੇਲੇ ਉਹ ਹੋ ਰਿਹਾ ਕੰਜ਼ਿਊਮਰਸ ਨੂੰ, ਖਾਸ ਕਰ ਜਿਨ੍ਹਾਂ ਨੇ ਕਹਿ ਲਓ ਵੀ ਘਰ ਦੇ ਰੀਫਾਈਨੈਂਸ ਕਰਾਉਣੇ ਨੇ ਜਾਂ ਜਿਨ੍ਹਾਂ ਨੇ ਘਰ ਖਰੀਦਣੇ ਨੇ, ਉਹਨਾਂ ਵਾਸਤੇ ਇਸ ਵੇਲੇ ਜਿਹੜਾ ਰੇਟ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਹਿਸਟੋਰੀਕਲੀ ਲੋ ਹੈਗਾ, ਉਹ ਵਾਕਈ ਇੱਕ ਸਹੀ ਗੱਲ ਹੈਗੀ ਹੈ। ਇਟ ਇਜ਼ ਏ ਫੈਕਟ ਵੀ ਜਿਹੜੇ ਰੇਟਸ ਅੱਜ ਕੱਲ੍ਹ ਸਾਨੂੰ ਮਿਲ ਰਹੇ ਨੇ, ਮੈਂ ਖਾਸ ਕਰ ਰੇਟ ਵੀ ਥੋੜ੍ਹੇ ਬਹੁਤ ਡਿਕਲੇਅਰ ਕਰ ਦੇਣਾ ਜਾਂਦਾ ਵੀ ਜਿਹੜਾ ਇਸ ਵੇਲੇ ਸਪੋਜ਼ ਕਰੋ ਜੇ ਕਿਸੇ ਨੇ ਰੀਫਾਈਨੈਂਸ ਕਰਾਉਣਾ ਨਾ ਘਰ ਨੂੰ, 15 ਸਾਲ ਦਾ ਰੇਟ ਦੀ ਪਹਿਲਾਂ ਅਸੀਂ ਗੱਲ ਕਰਨੇ ਆ। ਇਹ ਜਿਹੜਾ 15 ਸਾਲ ਦਾ ਰੇਟ ਹੈ ਜੀ, ਜਿਨ੍ਹਾਂ ਦੇ ਵਿੱਚ ਜਿਹੜਾ ਪ੍ਰਿੰਸੀਪਲ ਲੋਨ ਬੈਲੈਂਸ ਹੈਗਾ 350 to 540 ਦੇ ਵਿੱਚ ਤੇ ਉਹਨਾਂ ਦੀ ਜੇ ਕਹਿ ਲਓ ਵੀ ਘਰ ਦੀ ਵੈਲਿਊ ਘਰ ਦੇ ਵਿੱਚ ਹੈਗੀ ਹੈ ਓਵਰ 20%, ਗੁੱਡ FICO 740+ ਤੇ ਇਨਕਮ ਉਹਦੀ ਠੀਕ ਹੈਗੀ ਹੈ,
ਪ੍ਰਾਇਮਰੀ ਹੋਮ ਯਾਨੀ ਕਿ ਜੋ ਆਪ ਰਹਿੰਦੇ ਨੇ, ਤੇ ਅੱਜ ਦਾ ਜਿਹੜਾ ਰੇਟ ਹੈ ਦੈਟ ਇਜ਼ ਅਰਾਊਂਡ 2.25% ਇੰਟਰਸਟ ਰੇਟ। ਜਿਹੜਾ APR ਹੈਗਾ ਦੈਟਸ ਅਬਾਊਟ 2.57। ਸੋ ਜੇ ਤੁਸੀਂ ਆਹ ਰੇਟ ਦੀ ਗੱਲ ਕਰੋ ਖਾਲਸਾ ਭਾਜੀ ਤੇ ਰਾਜਵੀਰ ਭਾਜੀ, ਦੈਟ ਇਜ਼ ਸੋ ਲੋ ਕਿ ਮੈਂ ਖੁਦ ਕਦੀ ਉੱਠ ਕੇ ਦੇਖਾਂ ਨਾ, ਜਦੋਂ ਇਹੋ ਜਿਹੇ ਰੇਟ ਤੇ ਜਿਹੜੇ ਲੋਕਾਂ ਨੂੰ ਐਕਚੁਅਲੀ ਮਿਲ ਵੀ ਰਹੇ ਆ। ਇਹ ਨਹੀਂ ਹੈਗਾ ਵੀ ਅਸੀਂ ਸਿਰਫ ਰੇਡੀਓ ਸ਼ੋਅ ਤੇ ਕਹਿ ਤਾ ਤੇ ਤੁਹਾਨੂੰ ਨਹੀਂ ਮਿਲੂਗਾ। ਜਿਹੜੇ ਲੋਕ ਆਹ ਪੈਰਾਮੀਟਰਸ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਕੁਆਲੀਫਾਈ ਕਰਦੇ ਨੇ, ਉਹਨਾਂ ਨੂੰ ਇਹ ਰੇਟ ਮਿਲ ਰਿਹਾ। ਸੋ ਇਸ ਵੇਲੇ ਕਹਿ ਲਓ ਵੀ ਜਿਹੜੀ ਇੰਟਰਸਟ ਰੇਟ ਦੀ ਮਾਰਕੀਟ ਹੈਗੀ ਹੈ, ਸੋਲਿਡ ਅਮੰਗ ਆਲ ਅਦਰ ਮਾਰਕੀਟ, ਸਭ ਤੋਂ ਵਧੀਆ ਜਿਹੜੀ ਮਾਰਕੀਟ ਹੈਗੀ ਹੈ ਇਸ ਵੇਲੇ ਉਹ ਇੰਟਰਸਟ ਰੇਟ ਤੇ ਚੱਲ ਰਹੀ ਹੈ। ਇਹਦੇ ਵਿੱਚ ਕੰਜ਼ਿਊਮਰ ਨੂੰ ਚਾਹੀਦਾ ਵੀ ਉਹ ਜ਼ਰੂਰ ਇਸ ਚੀਜ਼ ਦਾ ਨਾ ਇਸ ਟਾਈਮ ਤੇ ਫਾਇਦਾ ਚੱਕ ਲੈਣ। ਕੱਲ ਨੂੰ ਕੋਈ ਕਹਿ ਨਹੀਂ ਸਕਦਾ ਵੀ ਰੇਟ ਕਿੱਧਰ ਨੂੰ ਜਾਣੇ ਆ, ਕਿੰਨੇ ਕੁ ਤਾਂ ਜਾਣੇ ਆ, ਇਹ ਕੁਝ ਕਿਹਾ ਨਹੀਂ ਜਾ ਸਕਦਾ। ਸੋ ਜਿਨ੍ਹਾਂ ਨੇ ਵੀ ਹਜੇ ਰੀਫਾਈਨੈਂਸ ਨਹੀਂ ਕਰਾਏ, ਉਹਨਾਂ ਵਾਸਤੇ ਜਿਹੜਾ ਨੰਬਰ ਹੈਗਾ 559 905 2575, ਇਹ ਜ਼ਰੂਰ ਸੇਵ ਕਰ ਲੈਣ। ਜ਼ਰੂਰੀ ਹੈਗਾ ਦੀ ਅੱਜ ਹੀ ਕਾਲ ਕਰਨੀ ਹੈ, ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਕੱਲ ਪਰਸੋਂ, ਜਾਂ ਇਹ ਨੰਬਰ ਜ਼ਰੂਰ ਜੋੜ ਕੇ ਰੱਖ ਲਓ 559 905 2575। ਇਸ ਨੰਬਰ ਤੇ ਕਾਲ ਕਰਕੇ ਜਿਨ੍ਹਾਂ ਦੇ ਕੋਈ ਵੀ ਸਵਾਲ ਹੈਗੇ ਨੇ, ਖਾਸ ਕਰ ਰੀਫਾਈਨੈਂਸ ਜਾਂ ਪਰਚੇਸ ਨਾਲ ਸੰਬੰਧੀ, ਉਹ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ। ਜੀ ਸੋ ਬਿਲਕੁਲ ਕਹਿੰਦੇ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜੇ ਆ ਹੁਣ ਮੌਰਗੇਜ ਰੇਟ ਸਭ ਤੋਂ ਲੋਐਸਟ ਹੈਗੇ ਆ। ਈਵਨ ਦੋ 2.5% ਐਪਲੀਕੇਸ਼ਨਾਂ ਡਾਊਨ ਗਈਆਂ ਹੈਗੀਆਂ ਆ, ਮੌਰਗੇਜ ਬੈਂਕਰ ਐਸੋਸੀਏਸ਼ਨ ਵਾਲੇ ਕਹਿੰਦੇ ਆ। ਪਰ ਉਹਦਾ ਇਹ ਵੀ ਰੀਜ਼ਨ ਆ ਵੀ ਬਹੁਤ ਸਾਰੇ ਲੋਕਾਂ ਨੇ ਰੀਫਾਈਨਾਂਸ ਵੀ ਕਰਾ ਲਏ ਹੈਗੇ ਆ। ਪਰ ਸਟਿਲ ਫਿਰ ਇਹਦਾ ਮਤਲਬ ਵਧੀਆ ਮੌਕਾ ਆ, ਕਿਉਂਕਿ ਜਿਹੜੇ ਲੋਨ ਬ੍ਰੋਕਰਸ ਆ ਉਹ ਵੀ ਬਹੁਤ ਬਿਜੀ ਸੀ, ਕਿਉਂਕਿ ਇੰਨੇ ਜਾਣਾ ਸਪੈਮ ਹੋਇਆ ਸੀ ਉਹਨਾਂ ਨੂੰ ਐਪਲੀਕੇਸ਼ਨ ਦੇ ਨਾਲ। ਸੋ ਹੁਣ ਹੋਪਫੁਲੀ ਉਹਨਾਂ ਦੇ ਕੋਲ ਵੀ ਟਾਈਮ ਆ। ਸੋ ਜਿਨ ਵੀ ਰੀਫਾਈਨਾਂਸ ਕਰਾਉਣਾ, ਪਰਚੇਜ਼ ਕਰਨਾ, ਉਹ ਤੁਸੀਂ ਮੋਹਨ ਚੀਮਾ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਆਫਿਸ ਨੂੰ ਕਾਲ ਕਰ ਸਕਦੇ ਹੋ। ਖਾਲਸਾ ਭਾਜੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਤੁਹਾਨੂੰ ਇਸ ਵਿੱਚ, ਜਿਹੜੀ ਕਿ ਬੜੀ ਅਜੀਬ ਜਿਹੀ ਗੱਲ ਹੈਗੀ ਆ। ਅਸੀਂ ਜਦੋਂ ਅਕਸਰ ਰੀਫਾਈਨੈਂਸ ਕਰਨੇ ਨਾ, ਤੇ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਕੋਰ ਚਾਹੀਦਾ ਗੁੱਡ, ਮੈਂ ਤੁਹਾਨੂੰ 2 ਐਗਜ਼ਾਮਪਲ ਦਿੰਦਾ। ਇੱਕ ਲੈਪਟਾਪ ਕੈਲੀਫੋਰਨੀਆ ਦੀ ਗੱਲ ਹੈ ਕਰਨਾ ਜੀ, ਮੈਂ ਇੱਕ ਕੰਜ਼ਿਊਮਰ ਦੀ, ਤੇ ਇੱਕ ਅਸੀਂ ਕੀਤਾ ਸਿਐਟਲ ਵਾਸ਼ਿੰਗਟਨ ਦੇ ਵਿੱਚ ਇਹ ਲੋਨ। ਇਹ ਦੋਵਾਂ ਲੋਨ ਜਿਹੜੇ ਸੀ ਰੀਫਾਈਨੈਂਸ ਕੀਤੇ, ਇਹਨਾਂ ਦੇ ਘਰ ਦੇ ਵਿੱਚ ਨਾ ਐਕੁਇਟੀ ਚੰਗੀ ਸੀਗੀ, ਲੇਕਿਨ ਕ੍ਰੈਡਿਟ ਸਕੋਰ ਚੰਗਾ ਨਹੀਂ ਸੀਗਾ। ਤੇ ਦੋਵਾਂ ਪਾਰਟੀਜ਼ ਦੇ ਜੇ ਕਹ ਲਓ ਵੀ ਜਿਵੇਂ ਦੋਵੇਂ ਸ਼ਹਿਰਾਂ ਦੀ ਜਿਹੜੀ ਗੱਲ ਕਰਨੀ, ਜਿਹੜੇ ਕਲਾਇੰਟ ਸੀਗੇ, ਇਹਨਾਂ ਦੇ ਜਿਹੜੇ ਸਕੋਰ ਸੀਗੇ ਬਿਲੋ 660 ਸੀਗੇ ਦੋਵਾਂ ਦੇ, 660 ਤੋਂ ਘੱਟ ਸੀਗੇ। ਤੇ ਆਪਣੇ ਰਾਜਵੀਰ ਭਾਜੀ ਦੋਵਾਂ ਨੂੰ ਬਿਲੋ 2.5% 15 ਸਾਲ ਦਾ ਰੇਟ ਮਿਲਿਆ। ਅੱਛਾ, ਇਹਦੇ ਚ ਮੈਨੂੰ ਇਹ ਹੈਰਾਨਗੀ ਹੋਈ ਵੀ ਕਿਉਂਕਿ ਅਸੀਂ ਸਕੋਰ ਦੀ ਬੜੀ ਗੱਲ ਕਰਨੇ ਵੀ ਸਾਨੂੰ ਆਹ ਸਕੋਰ ਜਿਹੜਾ ਤੁਹਾਨੂੰ ਆਹ ਰੇਟ ਮਿਲੂਗਾ, ਲੇਕਿਨ ਰੀਫਾਈਨੈਂਸ ਦੇ ਵਿੱਚ ਹੋਰ ਬੜੇ ਫੈਕਟਰਸ ਹੁੰਦੇ ਨੇ। ਇਸੇ ਕਾਰਨ ਜਿਹੜੇ ਕਈ ਹੁਣ ਰੇਟ ਸੋਰਸ ਆਉਂਦੇ ਨੇ ਆਪਣੇ ਤੁਹਾਡੇ ਸਰੋਤੇ, ਉਹ ਸੋਚਦੇ ਸਾਡਾ ਕਿੱਥੇ ਹੋਣਾ, ਸਾਡਾ ਤਾਂ ਸਕੋਰ ਨਹੀਂ ਠੀਕ ਹੈਗਾ, ਜਾਂ ਸਾਡੀ ਆਹ ਚੀਜ਼ ਨਹੀਂ ਠੀਕ ਹੈਗੀ। ਇਹ ਸਾਡਾ ਕੰਮ ਹੈਗਾ। ਤੁਸੀਂ ਸਾਨੂੰ ਕਾਲ ਕਰਕੇ ਇਹ ਸਵਾਲ ਪੁੱਛੋ, ਅਸੀਂ ਚੈੱਕ ਕਰਕੇ ਤੁਹਾਨੂੰ ਦੱਸਣਾ। ਇਹ ਨਾ ਹੋਵੇ ਵੀ ਤੁਸੀਂ ਸਾਈਡ ਲਾਈਨ ਤੇ ਰਹੋ ਤੇ ਕੱਲ ਨੂੰ ਇਹ ਟਾਈਮ ਗੁਜ਼ਰ ਜਾਵੇ ਤੇ ਫਿਰ ਬੰਦਾ ਸੋਚੇ ਯਾਰ ਉਦੋਂ ਟਾਈਮ ਸੀ, ਮੈਂ ਪੁੱਛ ਹੀ ਲੈਂਦਾ। ਜੀ ਜੀ ਬਿਲਕੁਲ। ਸੋ ਰਾਈਟ ਨਾਓ ਗੋਲਡਨ ਓਪਰਚੁਨਿਟੀ ਹੈਗੀ ਆ। ਸੋ ਪੁੱਛਣ ਦੇ ਵਿੱਚ ਕੋਈ ਹਰਜ ਨਹੀਂ, ਪੁੱਛਣ ਦੇ ਪੈਸੇ ਥੋੜ੍ਹੀ ਲੱਗਣੇ ਆ। ਸੋ ਪੁੱਛਣ ਦੇ ਵਿੱਚ ਤੁਸੀਂ ਕਰੋ, ਐਟਲੀਸਟ ਤੁਹਾਨੂੰ ਪਤਾ ਹੋਵੇ। ਬਾਅਦ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਫਿਰ ਮੱਥੇ ਨੂੰ ਹੱਥ ਮਾਰੂਗੇ, ਯਾਰ ਮੇਰੇ ਕੋਲ ਮਿਸ ਹੋ ਗਿਆ, ਉਹ ਆਪਣੇ ਗਵਾਂਢੀ ਨੂੰ ਵੀ ਮਿਲ ਗਿਆ, ਕਿਉਂਕਿ ਆਪਣਿਆਂ ਨੂੰ ਇਹ ਬਹੁਤ ਹੁੰਦਾ ਯਾਰ ਉਹਨੂੰ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲਿਆ। ਸੋ ਪਤਾ ਕਰੋਗੇ ਤਾਂ ਹੀ ਪਤਾ ਲੱਗਣਾ ਆ। ਸੋ ਉਹਦੇ ਲਈ ਤੁਸੀਂ ਜ਼ਰੂਰ ਕੰਟੈਕਟ ਕਰੋ ਮੋਹਨ ਚੀਮਾ ਉਹਨਾਂ ਨੂੰ 559 905 2575 ਦੇ ਉੱਤੇ। ਅਤੇ ਹਾਊਸਿੰਗ ਦੀ ਕੀ ਨਿਊਜ਼ ਚੱਲ ਰਹੀ ਹੈ? ਇਨਵੈਂਟੋਰੀ ਦੇ ਵਿੱਚ ਵਾਧਾ ਘਾਟਾ ਕੀ ਪੋਜੀਸ਼ਨ ਹੈ ਜੀ? ਹਾਂਜੀ ਦੇਖੋ ਰਾਜਵੀਰ ਭਾਈ, ਜਿਹੜੀ ਤੇ ਗੱਲ ਕਰੀਏ ਨਾ ਹਾਊਸਿੰਗ ਦੇ ਵਿੱਚ ਖਰੀਦੋ ਫਰੋਡ ਦੀ, ਕਹਿ ਲਓ ਵੀ ਇਨਵੈਂਟੋਰੀ ਦੀ ਗੱਲ ਕਰ ਲਓ, ਇਹਦਾ ਕੋਈ ਹਜੇ ਨਾ ਰੁੱਖ ਜਿਹਾ ਬਣਦਾ ਨਹੀਂ ਪਿਆ। ਹਲੇ ਵੀ ਜਿਹੜੇ ਘਰ ਹੈਗੇ ਮਾਰਕੀਟ 'ਚ ਆਉਂਦੇ ਨਹੀਂ ਪਏ। ਹੁਣ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਵੀ ਘਰ ਜਿਹੜਾ ਬੰਦਾ ਸੋਚਦਾ ਵੀ ਹੈਗਾ ਨਾ ਮੈਂ ਵੇਚਣਾ, ਜੋ ਮਾੜੀ ਜਿਹੀ ਕਿਸੇ ਨਾਲ ਗੱਲ, ਕਿਸੇ ਦੇ ਕੰਨ 'ਚ ਗੱਲ ਵੀ ਪਾ ਜਾਂਦਾ, ਕਹਿੰਦਾ ਮੇਰੇ ਕੋਲ ਕਲਾਇੰਟ ਹੈਗੇ, ਮੇਰੇ ਗੁਆਂਢੀ ਨੇ ਲੈਣਾ ਜਾਂ ਮੈਂ ਉਹਨੇ ਲੈਣਾ, ਤੂੰ ਆਪਸ 'ਚ ਕਰ ਲਾ ਗੱਲ, ਸਾਡਾ ਏਦਾਂ ਵੀ ਬਹੁਤ ਕੁਝ ਹੋਣਾ ਸ਼ੁਰੂ ਹੋ ਗਿਆ। ਮਲਟੀਪਲ ਰੀਜ਼ਨਸ ਕਹਿ ਲਓ, ਫੋਰਕਲੋਜ਼ਰ ਦਾ ਮੋਰਟੋਰੀਅਮ ਹੈਗਾ ਵੀ ਸਰਕਾਰ ਕਹਿੰਦੀ ਵੀ ਤੁਸੀਂ ਘਰ ਫੋਰਕਲੋਜ਼ ਨਹੀਂ ਕਰ ਸਕਦੇ। ਉੱਤਰੋਂ ਅਸੀਂ ਰੀਫਾਈਨੈਂਸ ਲੋਕਾਂ ਨੂੰ ਇੰਨਾ ਦੱਸਿਆ ਹੋਇਆ ਵੀ ਜਿਨ੍ਹਾਂ ਨੇ ਨਹੀਂ ਕਰਾਇਆ ਜਾਂ ਜਿਹੜੇ ਕਰਾ ਦਿੰਦੇ, ਉਹ ਕਹਿੰਦੇ ਹੁਣ ਕਿਉਂ ਵੇਚਣਾ ਆਪਾਂ, ਸਾਨੂੰ ਤਾਂ ਇੰਨੇ ਸੋਹਣੇ ਵਿਆਜ ਤੇ ਘਰ ਵੀ ਮਿਲ ਗਿਆ, ਨਾਲੇ ਸਾਡੀ ਪ੍ਰੋਪਰਟੀ ਬਣ ਜੂਗੀ, ਅਸੀਂ ਨਹੀਂ ਵੇਚਣਾ। ਸੋ ਇਹ ਦੂਸਰਾ ਕੋਵਿਡ ਦਾ ਕਹਿਰ ਹੈਗਾ, ਕਹਿ ਲਓ ਵੀ ਹੱਲੇ ਵੀ ਘਰ ਜਿਹੜੇ ਬਣਾਉਣੇ ਬੜੇ ਔਖੇ ਹੋ ਗਏ ਨੇ। ਬਿਲਡਰਸ ਨੂੰ ਮਤਲਬ ਕਿ ਇੰਨਾ ਮਟੀਰੀਅਲ ਨਹੀਂ ਆ ਰਿਹਾ ਪਿੱਛੋਂ ਦੀ, ਜੇ ਆਉਂਦਾ ਤੇ ਬੜਾ ਮਹਿੰਗਾ ਹੁੰਦਾ ਪਿਆ। ਉੱਤੋਂ ਬਾਰਡਰਸ ਬੰਦ ਹੋ ਰਹੇ ਨੇ, ਜਿਹੜੇ ਮਾੜੇ ਮੋਟੇ ਖੁੱਲ੍ਹਣ ਦੀ ਆਸ਼ਾ ਸੀਗੀ ਉਹ ਵੀ ਹੁਣ ਕਹਿ ਲਓ ਵੀ ਨਿਰਾਸ਼ਾ ਬਣ ਗਈ ਇਸ ਵੇਲੇ। ਵੀ ਮੈਕਸੀਕੋ ਤੋਂ ਲੋਕ ਨਹੀਂ ਆਉਣੇ ਸ਼ੁਰੂ, ਉਹ ਵੀ ਬੰਦ ਹੋ ਗਏ। ਬਾਰਡਰਸ ਦੇ ਵਿੱਚ ਵੀ ਇਸ਼ੂ ਹੈਗਾ ਵੀ ਲੋਕ ਆ ਜਾ ਨਹੀਂ ਸਕਦੇ।
ਸੋ ਕਹਿ ਲਓ ਵੀ ਇਸ ਵੇਲੇ ਹਾਊਸਿੰਗ ਜਿਹੜੇ ਜਿਨ੍ਹਾਂ ਨੇ ਘਰ ਵੇਚਣੇ ਆ ਉਹਨਾਂ ਦੀ ਕਹਿ ਲਓ ਵੀ ਲਾਟਰੀ ਹੈਗੀ ਆ ਇਸ ਵੇਲੇ। ਜੇ ਕਿਸੇ ਕੋਲ ਇੱਕ ਦੋ ਐਕਸਟਰਾ ਘਰ ਹੈਗੇ ਆ, ਜੇ ਉਹ ਸੋਚਦੇ ਨੇ ਪਏ ਵੀ ਪੇਡ ਆਫ ਘਰ ਹੈਗੇ ਆ, ਜੋ ਕਢਾਉਣੇ ਚਾਹੁੰਦੇ ਨੇ ਪੈਸੇ ਜਾਂ ਉਹ ਪਾਸ਼ਨ ਲਾ ਕੇ ਤੇ ਬਿਜ਼ਨਸ ਲਾਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਟਾਈਮ ਬਹੁਤ ਵਧੀਆ ਹੈਗਾ। ਸੋ ਰੀਅਲ ਸਟੇਟ ਐਕਚੁਅਲੀ ਓਵਰਆਲ ਇਨਵੈਂਟੋਰੀ ਘੱਟ ਹੋਣ ਦੇ ਕਾਰਨ ਇਹਦੀਆਂ ਪ੍ਰਾਈਸਿਸ ਜਿਹੜੀਆਂ ਹੈਗੀਆਂ ਵੀ ਇਸ ਵੇਲੇ ਬਹੁਤ ਚੜੀਆਂ ਹੋਈਆਂ ਨੇ। ਔਰ ਆਉਣ ਵਾਲੇ ਟਾਈਮ 'ਚ ਆਪਣੇ ਖਾਲਸਾ ਭਾਜੀ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਵੀ ਲੱਗਦਾ ਨਹੀਂ ਵੀ ਜਿਵੇਂ ਗੱਲਾਂ ਚੱਲ ਰਹੀਆਂ ਵੀ ਕੋਵਿਡ ਕਿਤੇ ਜਲਦੀ ਇਹਦਾ ਕੋਈ ਕਹਿ ਲਓ ਵੀ ਹੱਲ ਜਿਹੜਾ ਅੱਛਾ ਮਤਲਬ ਕਹਿ ਲਓ ਵੀ ਰਾਈਟ ਵੇ ਨਿਕਲ ਆਊਗਾ। ਵੈਕਸੀਨੇਸ਼ਨ ਸ਼ੁਰੂ ਹੋ ਰਹੀਆਂ ਓਵਰਆਲ, ਪਰ ਹੁਣ ਜੇ ਇੰਡੀਆ ਦੀ ਖਬਰ ਲੈ ਕੇ ਚੱਲ ਜਾਈਏ ਉਦੋਂ ਫਿਰ ਨਵਾਂ ਮੁੱਦਾ ਜਿਹੜਾ ਖੜਾ ਮਤਲਬ ਪ੍ਰੋਬਲਮ ਜਿਹੜੀ ਇਹ ਖੜੀ ਹੋਈ ਹੈ ਕਿ ਉਹਨੂੰ ਵਰਲਡ ਵਾਈਡ ਕਿੱਦਾਂ ਇਹਨੂੰ ਕੰਟਰੋਲ ਕੀਤਾ ਜਾਵੇ। ਸੋ ਇਹ ਜਿਹੜੀ ਚੀਜ਼ ਹੈ ਆਹ ਸਾਲ ਤੇ ਕੋਵਿਡ ਨੇ ਲੈ ਲਿਆ, ਸਮਝੋ ਵੀ ਇਹ 2020 ਨੂੰ ਫਿਰ ਗਿਆ। ਇਹਦਾ ਮਤਲਬ ਵੀ ਆਹ ਸਾਲ ਦੇ ਵਿੱਚ ਜਿਹੜੀ ਮਾਰਕੀਟ ਹੈਗੀ ਹੈ ਹਾਊਸਿੰਗ ਦੀ ਤੇ ਇੰਟਰਸਟ ਰੇਟ ਦੀ ਇਸ ਤਰ੍ਹਾਂ ਚੱਲੂਗੀ। ਅਗਲੇ ਸਾਲ ਵੇਖਾਂਗੇ ਵੀ ਕੀ ਫਰਕ ਪੈਂਦੇ ਨੇ ਜਾ ਕੇ ਜੀ। ਸੋ ਬਿਲਕੁਲ ਜੇ ਰੀਅਲ ਸਟੇਟ ਦੀ ਰਾਜਕਰਨਵੀਰ ਸਿੰਘ ਜੀ ਤੇ ਮੋਹਨ ਭਾਜੀ ਗੱਲ ਕਰਦੇ ਜਾਈਏ, ਸਾਡੇ ਸੈਨੋਜ਼ੇ ਦੇ ਵਿੱਚ ਪਿਛਲੇ ਹਫਤੇ ਕੁਝ ਟਾਊਨ ਹੋਮ ਜਿਹੜੇ ਨਵੇਂ ਬਣਨੇ ਆ ਉਹਨਾਂ ਦੀ ਸਟਾਰਟਿੰਗ ਪ੍ਰਾਈਸ ਜਿਹੜੀ ਆ $1.2 ਮਿਲੀਅਨ ਆ ਤੇ ਲੋਕ ਰਾਤ ਨੂੰ ਟੈਂਟ ਲਾ ਕੇ ਲਾਈਨ ਲਾ ਕੇ ਜਿਹੜੇ ਉੱਥੇ ਬੈਠੇ ਹੋ ਸੀ ਸਾਈਨ ਅਪ ਕਰਨ ਲਈ। ਹੁਣ ਤੁਸੀਂ ਹਿਸਾਬ ਲਾ ਲਓ, ਇਹ ਬਲੈਕ ਫਰਾਈਡੇ ਡੀਲ ਵਾਲਾ ਹਾਲ ਬਣਿਆ ਪਿਆ ਹੈ ਜੀ। ਤੇ ਨਾਲੇ ਟਾਊਨ ਹੋਮ ਆ, ਹਾਊਸ ਨਹੀਂ ਟਾਊਨ ਹਾਊਸ। ਐਕਚੁਅਲੀ ਵੀਰ ਜੀ ਪੈਸਾ ਨਾ ਮਾਰਕੀਟ 'ਚ ਆ ਬਹੁਤ ਜੀ। ਇਹ ਸਿਰਫ ਇਹ ਹਕੂਮਤ ਹੀ ਜਿਹੜੀ ਹੈਗੀ ਆ ਅਮਰੀਕਾ ਦੀ ਜਿਹੜਾ ਇੰਨਾ ਕੁਛ ਕਰ ਗਈ, ਇਹਨਾਂ ਨੇ ਪ੍ਰਵਾਹ ਨਹੀਂ ਕੀਤੀ। ਇਹਨੇ ਕਹਿੰਦੇ ਜਿਵੇਂ ਆਹ ਮੁਲਕ 'ਚ ਪੈਸੇ ਵੰਡੇ ਗਏ ਨਾ ਵੀਰ ਜੀ, ਮੇਰਾ ਨਹੀਂ ਖਿਆਲ ਮੁਲਕਾਂ 'ਚ ਕੋਈ ਐਸਾ ਮੁਲਕ ਹੈ ਵੀ ਜਿਹਨੂੰ ਜਿਹਦੀ ਮੈਂ ਸਟੋਰੀ ਵੀ ਪੜ੍ਹ ਸਕਾਂ ਵੀ ਮੈਨੂੰ ਕਿਸੇ ਮੁਲਕ ਦਾ ਨਾਂ ਲੈ ਦਿਓ। ਹੋ ਸਕਦਾ ਮੈਨੂੰ ਇਹਦਾ ਜ਼ਿਆਦਾ ਨੌਲੇਜ ਨਹੀਂ ਹੈਗੀ, ਪਰ ਜੋ ਮੇਰਾ ਖੁਦ ਦਾ ਐਕਸਪੀਰੀਅੰਸ ਮੈਨੂੰ ਇਹ ਕਹਿੰਦਾ ਜਦੋਂ ਮੈਂ ਸਵੇਰੇ ਉੱਠ ਕੇ ਵੇਖਣਾ ਵੀ ਫਲਾਣੀ ਸਰਕਾਰ ਨਵੀਆਂ ਸਕੀਮਾਂ ਕਹਿ ਲਓ ਜਾਂ ਪਾਲਿਸੀਜ਼ ਬਣਾਈ ਜਾ ਰਹੀ ਹੈ ਵੀ ਉਹ ਲੋਕਾਂ ਦੀ ਕੇਅਰ ਕਰਨ ਵਾਸਤੇ ਇੰਨਾ ਕੁਛ ਕਰ ਰਹੇ ਨੇ, ਤਾਂ ਇਹ ਅਨਬਲੀਵੇਬਲ ਹੈਗਾ। ਇਸੇ ਕਾਰਨ ਹਾਊਸਿੰਗ ਮਾਰਕੀਟ ਹੁਣ ਕਿਉਂ ਆ ਮਿਲੀਅਨ ਦੇ ਘਰ ਹੋ ਗਏ ਆ। ਐਕਚੁਅਲੀ ਖਾਲਸਾ ਭਾਜੀ ਪੈਸਾ ਹੋ ਬਹੁਤ ਗਿਆ ਮਾਰਕੀਟ 'ਚ ਜੀ। ਦੇयर इज ਪਲੈਂਟੀ ਆਫ ਮਨੀ। ਇਹ ਪੈਸਾ ਆ ਰਿਹਾ ਤਾਂ ਹੀ ਤਾਂ ਲੋਕੀ ਘਰ ਲੈ ਰਹੇ ਨਾ। ਸੋ ਦੈਟ ਇਜ਼ ਬਿਲਡਰਸ ਤਾਂ ਹੀ ਇੰਨੇ ਮਹਿੰਗੇ ਘਰ ਵੇਚ ਰਹੇ ਕਿਉਂਕਿ ਪੈਸਾ ਹੈਗਾ ਔਰ ਅੱਛੇ ਰੇਟ ਤੇ ਪੈਸਾ ਵੀ ਮਿਲ ਰਿਹਾ। ਬਾਕੀ ਹੋਰ ਬਾਹਰਲੇ ਮੁਲਕਾਂ ਤੋਂ ਲੋਕ ਬਹੁਤ ਆ ਰਹੇ ਆ। ਆਪਾਂ ਨਿਊਜ਼ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਦੋਂ ਜਰਮਨ ਵਾਲਿਆਂ ਨੇ ਫਲਾਈਟਾਂ ਇੰਡੀਆ ਦੀਆਂ ਬੰਦ ਕਰਨੀਆਂ ਸੀਗੀਆਂ, ਉਹ ਤੋਂ ਪਹਿਲਾਂ ਇੰਡੀਆ ਦੇ ਜਿਹੜੇ ਬਹੁਤੇ ਅਮੀਰ ਆ ਉਹ ਪਹਿਲਾਂ ਹੀ ਪਹੁੰਚ ਗਏ ਜਰਮਨ ਦੇ ਵਿੱਚ। ਉਹ ਪ੍ਰਾਈਵੇਟ ਜੈਟ ਲੈ ਕੇ ਉਹਨਾਂ ਨੇ, ਹਾਂਜੀ, ਉਹ ਬਹੁਤ ਲੋਕ ਬਾਹਰਲੇ ਮੁਲਕਾਂ ਤੋਂ ਆ ਰਹੇ ਆ ਜੀ। ਇਹ ਕੋਵਿਡ ਤੋਂ ਬਾਅਦ ਜੋ ਅਮਰੀਕਾ ਦੇ ਵਿੱਚ ਕਹਿੰਦੇ ਨਾ ਵੀ ਆਉਣ ਦਾ ਸਿਲਸਿਲਾ, ਲੋਕੀ ਭਾਵੇਂ ਇਮੀਗ੍ਰੇਸ਼ਨ ਪਾਲਿਸੀ ਜਿੰਨੀਆਂ ਮਰਜ਼ੀ ਕਰੋ, ਇਸ ਦੇਸ਼ ਦੀ ਐਕਚੁਅਲੀ ਭਾਵੇਂ ਸਾਡੇ ਕੇਸ ਨੰਬਰ 1 ਰਹੇ ਆ ਕਾਫੀ ਟਾਈਮ ਤੋਂ ਨਾ ਵੀ ਅਸੀਂ ਇੱਥੇ ਝੂਠ ਦਾ ਨਹੀਂ ਇੰਨਾ ਕੰਮ ਹੈਗਾ। ਇੱਥੇ ਲੋਕੀ ਦੇਖੋ ਮੇਰੇ ਨਾ ਇੱਕ ਦੋ ਦੋਸਤ ਹੈਗੇ ਇੱਥੇ ਜਿਹੜੇ ਵੀ ਇੱਥੋਂ ਦੇ ਬੌਰਨ ਹੈਗੇ, ਉਹਨਾਂ ਨੂੰ ਜਦੋਂ ਕਰੋਨਾ ਹੋਇਆ ਨਾ ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾਤੀ ਮੈਨੂੰ ਕਰੋਨਾ ਹੋ ਗਿਆ ਤਾਂ ਕਿ ਸਾਨੂੰ ਪਤਾ ਚੱਲ ਜਾਏ। ਇੱਥੇ ਲੋਕੀ ਜਲਦੀ ਕਿਤੇ ਝੂਠ ਨਹੀਂ ਬੋਲਦੇ ਭਾਜੀ। ਜੀ। ਉਹ ਦੇ ਵੈਰੀ ਓਪਨ ਮਾਈਂਡ ਵੀ ਮੈਨੂੰ ਆਹ ਪ੍ਰੋਬਲਮ ਹੈਗੀ ਹੈ, ਮੈਂ ਆਪਣੇ ਦੋਸਤਾਂ ਨੂੰ ਦੱਸਣਾ। ਇਸੇ ਕਾਰਨ ਇੱਥੇ ਕੇਸਿਸ ਜਿਹੜੀ ਕਹਿ ਲਓ ਵੀ ਜਿਹੜੀ ਲਿਸਟ ਹੈਗੀ ਹੈ ਉਹ ਬੜੀ ਵੱਡੀ ਹੈਗੀ ਕਿਉਂਕਿ ਲੋਕਾਂ ਨੇ ਡਿਕਲੇਅਰ ਕਰਤਾ ਮੈਨੂੰ ਹੋਇਆ। ਬਾਹਰਲੇ ਮੁਲਕਾਂ 'ਚ ਕੋਈ ਕਹਿ ਨਹੀਂ ਸਕਦਾ ਵੀ ਉਹਨਾਂ ਦੀ ਗਵਰਨਮੈਂਟ ਡਰਦੀਆਂ ਜਾਂ ਨਹੀਂ ਦੱਸਣਾ ਚਾਹੁੰਦੀਆਂ ਜਾਂ ਲੋਕਾਂ ਨੂੰ ਉਹ ਨਹੀਂ ਦੱਸਣਾ ਚਾਹੁੰਦੇ ਵੀ ਇਹ ਪ੍ਰੋਬਲਮ ਹੈਗੀ। ਇੱਥੇ ਇਹੋ ਜਿਹੀ ਪ੍ਰੋਬਲਮ ਜਿਹੜੀ ਹੈਗੀ ਇੰਨੀ ਵੱਡੀ ਮਾਤਰਾ 'ਚ ਨਹੀਂ ਹੈਗੀ ਜੀ। ਇੱਕ ਮੋਚੀ ਮੈਂ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਕਿਸੇ ਕੋਲ ਇਨਵੈਸਟਮੈਂਟ ਪ੍ਰੋਪਰਟੀਜ਼ ਆ ਜਾਂ ਉਹ ਵੇਚਣਾ ਚਾਹੁੰਦੇ ਆ ਵੀ ਹੁਣ ਰਾਈਟ ਨਾਓ ਪਰਫੈਕਟ ਟਾਈਮ ਹੈਗਾ ਆ ਜੇ ਕੋਈ ਸੈੱਲ ਕਰਨਾ ਚਾਹੁੰਦੇ ਆ। ਦੂਜੇ ਪਾਸੇ ਹਰਜੋਤ ਸਿੰਘ ਜੀ ਤੇ ਮੋਹਨ ਚੀਮਾ ਜੀ ਚਰਚਾ ਚੱਲ ਰਹੀ ਹੈ ਜਿਹੜੇ ਕੈਪੀਟਲ ਗੇਨਸ ਟੈਕਸ ਆ ਉਹ ਵਧਣ ਦੀ। ਜੇ ਉਹ ਮੰਨ ਲਓ ਬਾਅਦ ਦੇ ਵਿੱਚ ਉਹ ਵੱਧ ਜਾਂਦਾ ਹੈ ਫਿਰ ਜਿਹੜਾ ਮੁਨਾਫਾ ਹੋਣਾ ਉੱਤੇ ਟੈਕਸ ਵੀ ਜ਼ਿਆਦਾ ਦੇਣਾ ਪੈਣਾ। ਸੋ ਜੇ ਕੋਈ ਐਕਚੁਅਲ 'ਚ ਸੋਚ ਰਿਹਾ ਹੈਗਾ ਸੋ ਇਟਸ ਅ ਗੁੱਡ ਟਾਈਮ ਹੈ ਇਸ ਹਿਸਾਬ ਦੇ ਨਾਲ ਵੀ ਦੇਖਿਆ ਜਾਵੇ ਤਾਂ। ਹਾਂਜੀ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਇਸ ਸਿਲਸਿਲੇ ਵਿੱਚ। ਅੱਜ ਜਿਹੜਾ ਤੁਹਾਡਾ ਸਵਾਲ ਹੈਗਾ ਨਾ ਰਾਜਵੀਰ ਭਾਜੀ, ਇਟਸ ਅ ਵੈਰੀ ਗੁੱਡ ਕੁਐਸਚਨ। ਸਾਨੂੰ ਬਹੁਤ ਲੋਕੀ ਸਵਾਲ ਕਰਦੇ ਪੁੱਛਦੇ ਭਾਜੀ ਮੇਰੇ ਕੋਲ ਨਾ ਇੰਨੇ ਦਾ ਮੈਂ ਘਰ ਲਿਆ ਸੀ ਮੇਰੀ ਇਨਵੈਸਟਮੈਂਟ ਪ੍ਰੋਪਰਟੀ ਹੈ, ਮੈਨੂੰ ਕਿੰਨਾ ਟੈਕਸ ਪਊਗਾ। ਦੇਖੋ ਇਹ ਜਿਹੜਾ ਟੈਕਸ ਦਾ ਸਵਾਲ ਹੈਗਾ ਨਾ ਇਟ ਇਜ਼ ਬੈਸਟ ਆਂਸਰਡ ਬਾਈ ਯਰ ਟੈਕਸ ਅਕਾਊਂਟੈਂਟ ਜਾਂ ਪ੍ਰੀਪੇਅਰਰ ਕਿਉਂਕਿ ਹਰ ਇੱਕ ਦੀ ਇੱਕ ਸਿਚੁਏਸ਼ਨ ਵੱਖਰੀ ਹੋ ਸਕਦੀ। ਤੁਹਾਡੇ LLC ਹੋ ਸਕਦੀਆਂ, ਤੁਹਾਡੇ ਬਿਜ਼ਨਸ ਹੋ ਸਕਦੇ ਆ, ਤੁਹਾਡੇ ਹੋਰ ਬੜੀਆਂ ਪ੍ਰੋਪਰਟੀਜ਼। ਸੋ ਜੇ ਤੁਹਾਡਾ ਕੋਈ ਇਹੋ ਜਿਹਾ ਸਵਾਲ ਹੈਗਾ ਨਾ ਮੈਂ ਸਭ ਨੂੰ ਇਹ ਰਿਕਮੈਂਡ ਕਰਾਂ ਵੀ ਆਪਣੇ ਜਿਹੜੇ ਤੁਹਾਡੇ ਟੈਕਸ ਪ੍ਰੀਪੇਅਰਰ ਉਹਨਾਂ ਨੂੰ ਕੌਨਫੀਡੈਂਸ਼ੀਅਲ ਲਾ ਕੇ ਦੱਸੋ ਵੀ ਮੈਂ ਆਹ ਕਰਨਾ ਚਾਹੁੰਦਾ ਵੀ ਮੇਰੇ ਉੱਤੇ ਕੀ ਟੈਕਸ ਪੈ ਸਕਦਾ ਵੀ ਜੇ ਕਿਤੇ ਪਊਗਾ ਤਾਂ ਕਿੰਨਾ ਪਊਗਾ। ਸਰਕਾਰ ਇਸ ਵੇਲੇ ਇਹਨਾਂ ਦੇ ਉੱਪਰ ਕੰਸੀਡਰ ਕਰ ਰਹੀ ਹੈ। ਬਹੁਤ ਕੁਝ ਜਿਹੜੀਆਂ ਗੱਲਾਂ ਹੈਗੀਆਂ ਜਿਹੜੀਆਂ ਨਵੀਆਂ ਆਉਣ ਵਾਲੇ 3-4-6 ਮਹੀਨਿਆਂ 'ਚ ਬੜੀਆਂ ਹੋਰ ਚੀਜ਼ਾਂ ਇਹੋ ਜਿਹੀਆਂ ਆਉਣੀਆਂ ਜਿਨ੍ਹਾਂ ਨੇ ਐਕਚੁਅਲੀ ਲੋਕਾਂ ਦਾ ਫਾਇਦਾ ਵੀ ਕਰਨਾ ਹੈਗਾ। ਇਹਦੇ ਵਿੱਚ ਥੋੜ੍ਹਾ ਬਹੁਤਾ ਕਹਿ ਲਓ ਵੀ ਤੁਸੀਂ ਟੈਕਸ ਭਾਵੇਂ ਉਹਨਾਂ ਨੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਬਟ ਆਲਸੋ ਦੇਅਰ ਗੋਇੰਗ ਟੂ ਬੀ ਲੋਟ ਆਫ ਰਿਲੀਫ ਪੈਕੇਜਸ ਜਿਹੜੇ ਹੁੰਦੇ ਆ ਉਹ ਨਾਲ ਛੁੱਟੀ ਕਰਨੇ।
ਸੋ ਦੇਰ ਆਰ ਮੈਨੀ ਥਿੰਗਸ ਜਦੋਂ ਲੈਜਿਸਲੇਸ਼ਨ ਜਾਂ ਕੋਈ ਬਿੱਲ ਪਾਸ ਹੋ ਜਾਂਦਾ, ਜਦੋਂ ਪਾਸ ਹੋਏ ਉਹਦੀ ਮੈਂ ਡਿਸਕਸ਼ਨ ਜ਼ਰੂਰ ਕਰਨਾ ਚਾਹੂੰਗਾ, ਪਰ ਅਦਰਵਾਈਜ਼ ਐਟ ਏ ਟਾਈਮ ਦੇਰ ਆਰ ਮੈਨੀ ਬਿਲਸ ਵਿਚ ਆਰ ਬੀਇੰਗ ਕੰਸੀਡਰਡ। ਜੀ ਜੀ ਬਿਲਕੁਲ। ਅਤੇ ਚਲੋ ਬਹੁਤ ਬਹੁਤ ਸ਼ੁਕਰੀਆ। ਅਤੇ ਸਰੋਤਿਓ ਬਿਲਕੁਲ ਜਿੱਦਾਂ ਆਪਾਂ ਦੱਸਿਆ ਵੀ ਤੁਸੀਂ ਰੀਫਾਈਨੈਂਸ ਆ, ਨਵਾਂ ਘਰ ਲੈਣਾ ਆ, ਕਮਰਸ਼ੀਅਲ ਪ੍ਰੋਪਰਟੀ, ਕਮਰਸ਼ੀਅਲ ਲੋਨਸ ਆ, ਐਗਰੀਕਲਚਰ ਲੋਨਸ ਆ, ਰੀਅਲ estate ਦੇ ਘਰ ਵੇਚਣੇ ਆ, ਖਰੀਦਣੇ ਆ। ਸੋ ਹਰ ਤਰ੍ਹਾਂ ਦੀਆਂ ਸੇਵਾਵਾਂ ਤੁਹਾਨੂੰ ਇੱਕੋ ਛੱਤ ਹੇਠਾਂ ਜਿਹੜੀਆਂ ਉਹ ਮਿਲ ਜਾਣੀਆਂ ਜੈਂਡਰ ਮੌਰਗੇਜ ਅਤੇ ਰੀਅਲ estate ਵਾਲਿਆਂ ਦੇ ਕੋਲੋਂ। ਤੁਸੀਂ ਮੋਹਨ ਚੀਮਾ ਹੁਣਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 5599052575 559 905 2575 ਦੇ ਉੱਤੇ। ਅਤੇ ਮੋਹਨ ਸਿੰਘ ਚੀਮਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਜੀ ਰਾਜਮੀਰ ਭਾਈ, ਤੁਹਾਨੂੰ ਖਾਲਸਾ ਭਾਜੀ, ਆਪ ਜੀ ਨੂੰ ਤੇ ਪੰਜਾਬੀ ਰੇਡੀਓ ਯੂਐਸ ਦੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।